मित्र प्यारे हाल मुरीदा दा कहना। गुरु नानक पद पंकज बंदन पद पंकज सिमरो अंगद दुख निकंद गुर अमरदास हृदय नित त्यावो हृदय। श्री गुरु रामदास गुण गुर अर्जन बिघ्नन के नासक बिघ्नन के। हर गोबिंद शुभ सुमत पर श्री हर राय नमो कर जोरी नमो कर। श्री हर कृष्ण मनाओ गुर तेग बहादुर परम कृपाला जी पर। श्री गुरु गोबिंद सिंह बेसा तारो तरा पर पुन पुन सीसा जी पुन। बंदों बार बार जगदीश एक ओंकार सतगुरु तेह प्रसाद सच होए। वाहेगुरु जी की फतेह है विघ्न विनाशन सो। वाहेगुरु जी की फतेह है विघ्न विनाशन सोए। सतनाम श्री वाहिगुरु साहिब जी। चौपई हिम कह के सब ही मिल पे टके पतशाही सब भेजत भये। होए सिख जो पैसा दे बंदे ते वह मोहरा दे। वाहिगुरु जी का खालसा वाहिगुरु जी की फतेह। राजान राज पानान पान देवान देव उपमा महान। ਸਾਹਿਬ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨਾਤਮਕ ਸਰੂਪ ਜਾਗਦੀ ਜੋਤ ਗੁਰਬਾਣੀ ਦੇ ਮੁਜੱਸਮੇ ਕਿਰਪਾ ਨਿਧਾਨ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਜੇ ਹੋਏ ਸੰਧਿਆ ਦੇ ਸੁੰਦਰ ਦੀਵਾਨਾਂ ਵਿੱਚ ਜੁੜ ਬੈਠੀ ਗੁਰੂ ਖਾਲਸਾ ਗੁਰੂ ਸਰੂਪ ਸਾਧ ਸੰਗਤ ਜੀਓ। ਆਪ ਜੀ ਸਰਬੱਤ ਸੰਗਤਾਂ ਨੇ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਉਪਰੰਤ ਖਾਲਸੇ ਦਾ ਮਾਣਮੱਤਾ ਇਤਿਹਾਸ ਸਰਵਣ ਕਰਨ ਵਾਸਤੇ ਆਪ ਜੀ ਗੁਰਚਰਨਾਂ ਪਾਸ ਸਜ ਬੈਠੇ ਹੋ ਬਾਬਾ ਬੰਦਾ ਸਿੰਘ ਬਹਾਦਰ। ਉਹਨਾਂ ਨੇ ਪਹਾੜੀ ਰਾਜਿਆਂ ਨੂੰ ਇਤਲਾਹ ਕੀਤੀ ਹੈ ਕਿ ਤੁਸੀਂ ਕੋਈ ਵੀ ਉਪਚਾਰ ਕਰੋ, ਕਿਸੇ ਤਰੀਕੇ ਨਾਲ ਜੇ ਬਚਣਾ ਚਾਹੁੰਦੇ ਹੋ ਬਚ ਲਓ, ਪਰ ਮੈਨੂੰ ਤੁਸੀਂ ਫੜ ਨਹੀਂ ਸਕਦੇ। ਖਾਲਸਾ ਤੁਹਾਨੂੰ ਸਜ਼ਾ ਜ਼ਰੂਰ ਦੇਵੇਗਾ।
ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਇਹ ਬਚਨ ਆਖਿਆ ਹੈ, ਤੁਸੀਂ ਆਪਣੇ ਪਰਬਤ ਹੀ ਲੈ ਆਓ, ਸਾਡਾ ਇੱਕ ਹੀ ਸਿੰਘ ਤੁਹਾਡਾ ਮੁਕਾਬਲਾ ਕਰੇਗਾ। ਉਹਨਾਂ ਨੇ ਆਪਣੇ 94 5 ਸੂਰਮੇ ਭੇਜੇ। ਇੱਧਰੋਂ ਬਾਬਾ ਬਾਗੜ ਸਿੰਘ ਨੇ ਮੁਕਾਬਲਾ ਕੀਤਾ। ਬਾਗੜ ਸਿੰਘ ਦਾ ਪੈਰ ਤੱਕ ਨਹੀਂ ਹਿਲਾ ਸਕੇ, ਸ਼ਰਮਿੰਦੇ ਹੋ ਕੇ ਵਾਪਸ ਮੁੜ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਨਿਸ਼ਾਨ ਗਟਵਾ ਦਿੱਤਾ। ਆਖਿਆ ਵੀ ਨਿਸ਼ਾਨ ਜੇ ਪੁੱਟ ਦਿਓ ਨਾ ਤੇ ਇਹ ਸਮਝਾਂਗਾ ਮੇਰੀ ਹਾਰ ਤੇ ਤੁਹਾਡੀ ਜਿੱਤ ਹੋ ਗਈ। ਪਰਬਤੀਆਂ ਨੇ ਰਲ ਕੇ ਲੱਖਾਂ ਯਤਨ ਕੀਤੇ ਪਰ ਉਹ ਨਿਸ਼ਾਨ ਸਾਹਿਬ ਹਿਲਾ ਤੱਕ ਨਹੀਂ ਸਕੇ। ਉਪਰੰਤ ਬੰਦਾ ਸਿੰਘ ਨੇ 5 ਸਿੰਘ ਭੇਜੇ, ਜਾਓ ਜਾ ਕੇ ਕਹਿਲੂਰ ਦੇ ਰਾਜੇ ਦਾ ਮੁਕਾਬਲਾ ਕਰੋ, ਇੱਕ ਇੱਕ ਤੀਰ ਚਲਾ ਕੇ, ਅਮੋਘ ਬਾਣ ਚਲਾ ਕੇ ਦੁਸ਼ਟਾਂ ਦਾ ਨਾਸ਼ ਕਰੋ। ਬੰਦਾ ਸਿੰਘ ਨੇ 5 ਸਿੰਘ ਤਾਂ ਭੇਜ ਦਿੱਤੇ, ਪਰ ਪਿੱਛੋਂ ਜਦੋਂ ਖਾਲਸੇ ਨੂੰ ਪਤਾ ਲੱਗਾ ਤੇ ਸਿੰਘ ਨਾਰਾਜ਼ ਹੋ ਗਏ। ਆਖਣ ਲੱਗੇ, ਬਾਬਾ ਜੀ ਜਦੋਂ ਤਾਂ ਸਰਹੰਦ ਦੇ ਜੰਗ ਦੀ ਗੱਲ ਸੀ, ਚੱਪੜ ਚਿੜੀ ਦੇ ਮੈਦਾਨ ਵਿੱਚ ਸਾਨੂੰ ਕਹਿੰਦੇ ਸੌ ਵੀ ਇੱਕ ਪਹਿਰ ਲੜ ਲਓ, 4 ਘੜੀਆਂ 2 ਘੜੀਆਂ 1 ਘੜੀ ਲੜ ਲਓ। ਤੇ ਕੀ ਹੁਣ ਅਸੀਂ ਨਿਕੰਮੇ ਹੋ ਗਏ ਆ ਵੀ ਤੁਸੀਂ ਆਪਣੀਆਂ ਕਰਾਮਾਤਾਂ ਵਿਖਾਉਣ ਲੱਗ ਪਏ ਹੋ? ਸਾਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ ਤੁਸੀਂ ਕਿ ਕਹਿਲੂਰ ਦੇ ਕਿਲ੍ਹੇ 'ਤੇ ਹਮਲਾ ਕਰਨ ਲੱਗੇ ਹੋ। ਸਿੰਘ ਨਾਰਾਜ਼ ਹੋ ਗਏ। ਖਾਲਸੇ ਨੇ ਵੀ ਚੜ੍ਹਾਈ ਕਰ ਦਿੱਤੀ। ਕਿਲ੍ਹੇ ਦਾ ਦਰਵਾਜ਼ਾ ਖੁੱਲ੍ਹਿਆ, ਸਿੰਘਾਂ ਨੇ ਹਮਲਾ ਕੀਤਾ। ਰਾਜੇ ਭੀਮ ਚੰਦ ਦੀ ਫੌਜ ਜਿਹੜੀ ਸੀ ਉਹ ਮਾਰ ਗਿਰਾਈ ਤੇ 1300 ਸਿਪਾਹੀ ਜਿਹੜੇ ਸਨ ਉਹ ਕਤਲ ਕਰ ਦਿੱਤੇ ਸਿੰਘਾਂ ਨੇ, ਬਾਕੀ ਨੱਠ ਗਏ ਉੱਥੋਂ। ਇਸ ਤਰ੍ਹਾਂ ਉਹਨਾਂ ਨੇ ਕਹਿਲੂਰ ਦਾ ਗੜ੍ਹ ਕਿਲ੍ਹਾ ਉਹਦੇ 'ਤੇ ਕਬਜ਼ਾ ਕਰ ਲਿਆ। ਬੰਦਾ ਸਿੰਘ ਬਹਾਦਰ ਪਿੱਛੋਂ ਆ ਗਿਆ। ਉਹਨੇ ਸਭ ਨੂੰ ਇਤਲਾਹ ਕੀਤੀ, ਮੈਨੂੰ ਆ ਕੇ ਮਿਲੋ, ਖਾਲਸੇ ਦੀ ਤਾਬਿਆਦਾਰੀ ਤੁਹਾਨੂੰ ਕਬੂਲਣੀ ਪਏਗੀ ਤੇ ਖਾਲਸੇ ਦਾ ਟੈਕਸ ਮਾਮਲਾ ਤੁਹਾਨੂੰ ਭਰਨਾ ਪਏਗਾ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਜਪਣਾ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਰਕੇ ਸਭ ਹੀ ਮਿਲ ਪਏ। ਬੰਦਾ ਸਿੰਘ ਬਹਾਦਰ ਨੇ ਪਰਬਤੀ ਇਲਾਕੇ ਦੇ ਵਿੱਚ 4 ਚਫੇਰੇ ਹੁਕਮਨਾਮੇ ਭੇਜ ਦਿੱਤੇ ਕਿ ਸਾਰੇ ਇੱਥੋਂ ਦੇ ਰਾਜੇ, ਹਾਕਮ, ਚੌਧਰੀ ਮੈਨੂੰ ਆ ਕੇ ਮਿਲੋ। ਜਿਹੜਾ ਨਾ ਮਿਲਿਆ ਤੇ ਉਹਨਾਂ ਨੂੰ ਅਸੀਂ ਮਾਰ ਕੁੱਟ ਕੇ ਨਾਸ਼ ਕਰ ਦਿਆਂਗੇ। ਜਿਹੜਾ ਸਾਡੀ ਪ੍ਰਜਾ ਬਣੇਗੀ ਉਹਦੀ ਅਸੀਂ ਰਖਵਾਲੀ ਕਰਾਂਗੇ। ਇਸ ਪ੍ਰਕਾਰ ਪਹਾੜੀ ਇਲਾਕੇ ਵਿੱਚ ਜਿਤਨੇ ਵੀ ਸਾਨੂੰ ਸਾਰੇ ਆ ਕੇ ਬੰਦਾ ਸਿੰਘ ਬਹਾਦਰ ਨੂੰ ਮਿਲੇ ਹਨ। ਜਿਨ੍ਹਾਂ ਹਾਕਮ ਚੌਧਰੀਆਂ ਦੇ ਕੋਲ ਬਹਾਦਰ ਸ਼ਾਹ ਵਾਸਤੇ ਟਕੇ ਇਕੱਠੇ ਕੀਤੇ ਸਨ, ਮਾਮਲਾ ਇਕੱਠਾ ਕੀਤਾ ਸੀ, ਉਹਨਾਂ ਨੇ ਆਪਣਾ ਸਾਰਾ ਮਾਮਲਾ ਬੰਦਾ ਸਿੰਘ ਨੂੰ ਭੇਜ ਦਿੱਤਾ, ਖਾਲਸੇ ਦੇ ਖਜ਼ਾਨੇ 'ਚ ਜਮ੍ਹਾਂ ਕਰਵਾ ਦਿੱਤਾ। ਜਿਹੜਾ ਵੀ ਗੁਰੂ ਕਾ ਸਿੱਖ ਹੈ ਲਿਆ ਕਰਕੇ ਉਹ ਮਾਇਆ ਬੰਦਾ ਸਿੰਘ ਬਹਾਦਰ ਨੂੰ ਭੇਟ ਕਰਦਾ ਹੈ। ਬੰਦਾ ਸਿੰਘ ਬਹਾਦਰ ਬਦਲੇ ਵਿੱਚ ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਦੇ ਦਿੰਦਾ ਹੈ। ਕੋਈ ਆ ਕੇ ਸੁਖਣਾ ਸੁੱਖ ਲੈਂਦਾ ਵੀ ਮੈਨੂੰ ਦੁੱਧ ਮਿਲ ਜਾਏ, ਕੋਈ ਸੁਖਣਾ ਸੁੱਖ ਲੈਂਦਾ ਵੀ ਮੈਨੂੰ ਪੁੱਤਰ ਮਿਲ ਜਾਏ। ਇਸ ਤਰ੍ਹਾਂ ਕੋਈ ਦੁੱਧ ਪੁੱਤ ਦੀ ਮੰਗ ਕਰਦਾ ਹੈ ਤੇ ਬੰਦਾ ਸਿੰਘ ਬਹਾਦਰ ਦੇ ਪਾਸੋਂ ਉਹਨਾਂ ਨੂੰ ਮਨ ਵਾਂਛਿਤ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜੇਕਰ ਦੁਖੀਏ ਚੱਲ ਕੇ ਆਉਂਦੇ ਨੇ ਉਹਨਾਂ ਦੇ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ।
ਜਿਹੜਾ ਆ ਕੇ ਗਰੀਬੀ ਦੇ ਕਾਰਨ ਧਨ ਦੀ ਮਾਇਆ ਦੀ ਪਦਾਰਥਾਂ ਦੀ ਮੰਗ ਕਰਦਾ ਹੈ, ਬੰਦਾ ਸਿੰਘ ਉਹਨਾਂ ਨੂੰ ਵਰ ਦਿੰਦਾ ਤੇ ਉਹਨਾਂ ਦੇ ਘਰ ਮਾਇਆ ਨਾਲ ਪਦਾਰਥਾਂ ਨਾਲ ਭਰਪੂਰ ਹੋ ਜਾਂਦੇ ਹਨ। ਸਿੱਖ ਪੰਜਨ ਤੇ ਅਰਦਾਸ ਕਰਾਵੇ। ਬੰਦਾ ਸਿੰਘ ਬਹਾਦਰ ਪੰਜ ਸਿੰਘਾਂ ਦੇ ਕੋਲੋਂ ਅਰਦਾਸ ਬੇਨਤੀ ਕਰਵਾਉਂਦਾ ਹੈ। ਜੋ ਮੰਗੇ ਸੋ ਦੇਵਾਵੇ। ਜਦੋਂ ਵੀ ਕੋਈ ਆ ਕੇ ਕਿਸੇ ਤਰ੍ਹਾਂ ਦੀ ਮੰਗ ਕਰਦਾ ਤੇ ਅਰਦਾਸ ਕਰਵਾ ਕੇ ਉਹਨਾਂ ਨੂੰ ਸਤਿਗੁਰਾਂ ਦੇ ਚਰਨਾਂ ਵਿੱਚੋਂ ਸਭ ਕੁਝ ਦਵਾ ਦਿੰਦਾ ਹੈ। ਦੇਖ ਭੂਤ ਮੁਖ ਦੇਖੈ ਜਾਏ। ਇਸੇ ਪ੍ਰਕਾਰ ਜਿਹੜੇ ਵੀ ਜਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਦਰਸ਼ਨ ਦੀਦਾਰ ਕਰ ਲੈਂਦੇ ਹਨ। ਜੋ ਹੋਵੇ ਭਲਾਏ। ਆ ਜਿਵੇਂ ਕਿਸੇ ਨੂੰ ਭੂਤ ਪ੍ਰੇਤ ਆਦਿਕ ਚਿੰਬੜਿਆ ਹੋਵੇ ਨਾ, ਤੇ ਉਹ ਵੀ ਜਦੋਂ ਬੰਦਾ ਸਿੰਘ ਦੇ ਜਾ ਕੇ ਦਰਸ਼ਨ ਕਰ ਲੈਂਦੇ ਤੇ ਉਹ ਸਾਰੀ ਬਲਾਈ ਟਲ ਜਾਂਦੀ ਹੈ। ਪਰ ਇਹ ਚਿੰਬੜਦੇ ਕਿਉਂ ਨੇ? ਕਹਿਣ ਵਾਲੇ ਤਾਂ ਕਹਿ ਦਿੰਦੇ ਵੀ ਹੁੰਦੇ ਹੀ ਨਹੀਂ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਇੱਕ ਸਿੱਖ ਆਇਆ। ਇਤਿਹਾਸ ਵਿੱਚ ਕਥਾ ਆਉਂਦੀ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ, ਸਿੱਖ ਦੀ ਬੇਟੀ ਨੂੰ ਪ੍ਰੇਤ ਚਿੰਬੜਿਆ ਸੀ। ਹੁਣ ਸੁਣ ਲਿਓ ਵੀ ਕਾਰਨ ਕੀ ਹੈ, ਵੀ ਚਿੰਬੜਿਆ ਕਿਉਂ ਸੀ ਤੇ ਭੱਜਿਆ ਕਿਵੇਂ ਹੈ। ਸਿੱਖ ਅਰਦਾਸ ਕਰਦਾ, ਮਹਾਰਾਜ ਕਿਰਪਾ ਕਰੋ, ਇਹਨੂੰ ਪ੍ਰੇਤ ਲੱਗਿਆ ਹੋਇਆ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਉਹਨੂੰ ਵੇਖਿਆ, ਕਹਿਣ ਲੱਗੇ, ਸਿੱਖਾ ਤੇਰੀ ਬੇਟੀ ਨੇ ਕਦੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ, ਇਹਨੇ ਬਾਣੀ ਨਹੀਂ ਪੜ੍ਹੀ ਕਦੇ, ਤੇ ਜੇ ਕਿਤੇ ਜਪਜੀ ਸਾਹਿਬ ਦਾ ਪਾਠ ਕਰੇ ਨਾ ਤੇ ਦੁਨੀਆ ਦੀ ਕਿਸੇ ਤਾਕਤ ਦਾ ਵਾਰ ਇਹਦੇ ਤੇ ਨਹੀਂ ਚੱਲ ਸਕਦਾ। ਜਾਓ ਇਹਨੂੰ ਜਾ ਕੇ ਜਪਜੀ ਸਾਹਿਬ ਦਾ ਪਾਠ ਸੁਣਾਓ ਤੇ ਠੀਕ ਹੋ ਜਾਏਗੀ। ਸਿੱਖ ਨੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸੁਣਾਇਆ। ਕਿੱਡਾ ਮਹਾਤਮ ਹੈ ਜਪਜੀ ਸਾਹਿਬ ਦਾ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਚੋੜ ਸ੍ਰੀ ਜਪਜੀ ਸਾਹਿਬ ਦੇ ਵਿੱਚ ਹੈ। ਜੈਸੇ ਇੱਕ ਹੈ ਨਾ, ਇੱਕ ਓੰਕਾਰ, ਓੰਕਾਰ ਇੱਕ ਦੀ ਪਰਿਕਰਮਾ ਕਰ ਰਿਹਾ। ਓੰਕਾਰ ਜਿਹੜਾ ਸ਼ਬਦ ਹੈ ਨਾ, ਇੱਕ ਦੀ ਵਿਆਖਿਆ ਕਰਦਾ ਹੈ। ਸਾਰਾ ਨਿਚੋੜ ਕਾਹਦੇ ਵਿੱਚ ਹੈ? ਇੱਕ ਦੇ ਵਿੱਚ ਹੀ ਹੈ। ਕਿਉਂਕਿ ਨਾ ਇੱਕ ਤੋਂ ਪਹਿਲਾਂ ਕੁਝ ਹੈ ਤੇ ਸਾਰਾ ਕੁਝ ਇੱਕ ਤੋਂ ਬਾਅਦ ਹੀ ਹੈ। ਪਰ ਜੇ ਸਾਰਾ ਕੁਝ ਇੱਕ ਤੋਂ ਬਾਅਦ ਹੈ, ਉਹ ਇੱਕ ਵਿੱਚੋਂ ਹੀ ਪੈਦਾ ਹੋਇਆ। ਜਿਹੜਾ ਇੱਕ ਸਭ ਨੂੰ ਪੈਦਾ ਕਰਨ ਵਾਲਾ ਹੈ, ਉਹ ਕੇਵਲ ਇੱਕ ਦਾ ਇੱਕ ਹੀ ਹੈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਉਹ ਕੇਵਲ ਇੱਕ ਹੀ ਹੈ। ਮਾਇਆ ਦੇ ਰੂਪ ਵਿੱਚ ਅਨੇਕਾਂ ਰੂਪ ਉਹ ਧਾਰਨ ਕਰ ਲੈਂਦਾ ਹੈ। ਇਹ ਮਾਇਆ ਉਹਦੀ ਖੇਡ ਹੈ, ਇਹ ਕੁਦਰਤ ਹੈ ਜੋ ਸੰਸਾਰ ਅਸੀਂ ਵੇਖਦੇ ਹਾਂ। ਵਾਹਿਗੁਰੂ ਦੀ ਓੰਕਾਰ ਦੀ ਜਿਹੜੀ ਵਿਆਖਿਆ ਉਹ ਜਪਜੀ ਸਾਹਿਬ ਕਰਦੇ ਨੇ। ਸਾਰੇ ਜਪਜੀ ਸਾਹਿਬ ਵਿੱਚ ਓੰਕਾਰ ਦੀ ਵਿਆਖਿਆ ਹੈ। ਓੰਕਾਰ ਇੱਕ ਦੀ ਵਿਆਖਿਆ ਕਰ ਰਹੇ ਨੇ। ਓੰਕਾਰ ਦੀ ਵਿਆਖਿਆ ਜਪਜੀ ਸਾਹਿਬ ਤੇ ਸੰਪੂਰਨ ਜਪਜੀ ਸਾਹਿਬ ਜੀ ਦੀ ਵਿਆਖਿਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਕਰਦੀ ਹੈ। ਜਪਜੀ ਸਾਹਿਬ ਕੀ ਹੈ? ਬ੍ਰਹਮ ਗਿਆਨ। ਇੱਕ ਮਹਾਂਪੁਰਖਾਂ ਨੇ ਬੜਾ ਸੁੰਦਰ ਬਚਨ ਆਖਿਆ ਕਿ ਗੁਰੂ ਕੇ ਪਿਆਰਿਓ, ਗੁਰੂ ਨਾਨਕ ਸਾਹਿਬ ਜੀ ਨੇ ਬੇਅੰਤ ਬਾਣੀਆਂ ਉਚਾਰੀਆਂ, ਪਰ ਗੁਰੂ ਨਾਨਕ ਸਾਹਿਬ ਜੀ ਨੇ ਇਸ ਜਪਜੀ ਸਾਹਿਬ ਦੇ ਨਾਲ ਤਾਰਿਆ ਜਹਾਨ, ਲਾਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ। ਉਹਨਾਂ ਨੇ ਜਹਾਨ ਤਾਰ ਦਿੱਤਾ ਜਪਜੀ ਸਾਹਿਬ ਨਾਲ। ਕੀ ਤੁਸੀਂ ਨਹੀਂ ਤਰੋਗੇ ਜੇ ਤੁਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹੋਗੇ? ਸਿੱਖ ਦੀ ਬੇਟੀ ਨੂੰ ਪ੍ਰੇਤ ਚਿੰਬੜਿਆ ਸੀ ਤੇ ਸਿੱਖ ਨੇ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਮੰਨੇ ਤੇ ਜਪਜੀ ਸਾਹਿਬ ਦਾ ਪਾਠ ਸੁਣਾਇਆ ਜੀ। ਪਾਠ ਸੁਣਾਉਂਦਿਆਂ ਹੀ ਛੱਡ ਕੇ ਚਲਾ ਗਿਆ। ਬਾਣੀ ਵਿੱਚ ਇੰਨੀ ਸਮਰੱਥਾ ਹੈ। ਹਾਂ, ਢੱਠੇ ਮਨ ਦੇ ਨਾਲ ਜਦੋਂ ਪੜ੍ਹਦੇ ਆ ਨਾ, ਫਿਰ ਕਿਤੇ ਨਾ ਕਿਤੇ ਸਾਡੀ ਸ਼ਰਧਾ ਵਿੱਚ, ਭਾਵਨਾ ਵਿੱਚ ਫਰਕ ਰਹਿ ਜਾਂਦਾ ਹੈ। ਬਾਣੀ ਆਪਣਾ ਅਸਰ ਜ਼ਰੂਰ ਕਰਦੀ ਹੈ, ਪਰ ਭਾਵਨਾ ਸਾਡੀ ਕੱਚੀ ਰਹਿ ਜਾਂਦੀ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਭਾਵਨਾ ਕੱਚੀ ਰਹਿ ਗਈ ਤੇ ਆਪਾਂ ਬਾਣੀ ਪੜ੍ਹਨੀ ਛੱਡ ਦੇਣੀ ਹੈ। ਇਹਦਾ ਮਤਲਬ ਇਹ ਵੀ ਨਹੀਂ। ਜੇ ਮਨ ਢੱਠਾ ਹੈ ਤੇ ਇਹਦਾ ਮਤਲਬ ਇਹ ਨਹੀਂ ਵੀ ਬਾਣੀ ਨਹੀਂ ਪੜ੍ਹਨੀ। ਬਾਣੀ ਪੜ੍ਹੀ ਜਾਓ, ਪੜ੍ਹੀ ਜਾਓ, ਤੁਹਾਡੀ ਭਾਵਨਾ ਆਪੇ ਪਰਪੱਕ ਹੋ ਜਾਏਗੀ। ਡਾਕਟਰ ਕੋਲੋਂ ਲੈ ਕੇ ਦਵਾਈ ਖਾਂਦੇ ਆ ਨਾ, ਵਿਸ਼ਵਾਸ ਕਿਹਦੇ ਤੇ ਕਰਦੇ ਆ? ਡਾਕਟਰ ਤੇ।
ਡਾਕਟਰ ਨੂੰ ਇਹ ਤਾਂ ਨਹੀਂ ਨਾ ਕਹਿੰਦੇ ਵੀ ਦਵਾਈ ਅਸਰ ਕਰੇਗੀ ਕਿ ਨਹੀਂ ਕਰੇਗੀ। ਬਸ ਮਾਣ ਹੁੰਦਾ ਵੀ ਇਹ ਡਾਕਟਰ ਬੜਾ ਚੰਗਾ ਹੈ, ਇਹਦੇ ਕੋਲੋਂ ਦਵਾਈ ਲੈ ਲਈ ਅਸਰ ਕਰ ਜਾਣੀ ਹੈ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਮਸ਼ਕੀਨ ਜੀ ਇੱਕ ਬਚਨ ਕਹਿੰਦੇ ਸਨ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਤਖੱਲਸ ਦਿੱਤਾ ਗਿਆ ਬਾਬਾ ਵੈਦ ਰੋਗੀਆਂ ਦਾ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਵੈਦ ਤੇ ਭਰੋਸਾ ਕਰ ਲਿਆ ਨਾ, ਉਹਨਾਂ ਦੇ ਰੋਗ ਆਪੇ ਹੀ ਮਿਟ ਜਾਣੇ ਨੇ। ਤੁਹਾਨੂੰ ਕਹਿਣ ਦੀ ਨਹੀਂ ਲੋੜ ਪਏਗੀ ਵੀ ਆਹ ਸ਼ਬਦ ਆਹ ਰੋਗ ਠੀਕ ਕਰੇਗਾ, ਆਹ ਸ਼ਬਦ ਆਹ ਰੋਗ ਠੀਕ ਕਰੇਗਾ। ਨਹੀਂ ਭਾਰੀ, ਇਹ ਸਾਰੀ ਜਿਹੜੀ ਬਾਣੀ ਹੈ ਨਾ ਦਵਾ ਔਸ਼ਧੀ ਰੂਪ ਹੈ। ਜਿੱਥੋਂ ਮਰਜ਼ੀ ਬਾਣੀ ਪੜ੍ਹ ਲਓ ਤੁਹਾਡੇ ਰੋਗ ਕੱਟੇ ਜਾਣਗੇ। ਦਾਸ ਨੇ ਬੇਨਤੀ ਇਹ ਕੀਤੀ ਹੈ, ਮਨ ਢੱਠਾ ਹੋਵੇ, ਮਨ ਦੇ ਅੰਦਰ ਕੱਚਾ ਪਿੱਲਾ ਜਿਹੜਾ ਸਾਡਾ ਭਾਵ ਹੁੰਦਾ ਨਾ, ਕਚਿਆਈ ਹੋਵੇ ਜੇ ਮਨ ਦੇ ਅੰਦਰ, ਬਾਣੀ ਪੜ੍ਹੀ ਜਾਓ ਆਪਣੇ ਆਪ ਹੀ ਸਭ ਕੁਝ ਪ੍ਰਪੱਕ ਹੋ ਜਾਂਦਾ ਹੈ। ਮਨ ਕੱਚਾ ਹੈ, ਮਨ ਢੱਠਾ ਹੈ, ਸ਼ਰਧਾ ਵਿਸ਼ਵਾਸ ਭਾਵਨਾ ਡੋਲਦੀ ਹੈ, ਤੇ ਬਾਣੀ ਪੜ੍ਹੀ ਜਾਓ, ਬਾਣੀ ਨੇ ਆਪੇ ਹੀ ਸਭ ਕੁਝ ਠੀਕ ਕਰ ਦੇਣਾ। ਜਿਉਂ ਮੰਦਰ ਕੋ ਥੰਮ ਹੈ ਥੰਮਨ, ਤੇ ਉਹ ਗੁਰ ਕਾ ਸ਼ਬਦ ਮਨ ਹੈ ਅਸਥੰਮਨ। ਜਿਵੇਂ ਆ ਪਿੱਲਰ ਹੁੰਦੇ ਨੇ ਨਾ, ਲੈਂਟਰ ਨੂੰ ਥੰਮ ਲੈਂਦੇ ਨੇ, ਇਹਨਾਂ ਦੇ ਆਸਰੇ ਲੈਂਟਰ ਖੜਦਾ ਹੈ, ਪਿੱਲਰਾਂ ਦੇ ਆਸਰੇ। ਮੰਦਰ ਦਾ ਆਖਰੀ ਅਰਥ ਹੈ ਘਰ। ਜਿਵੇਂ ਪਿੱਲਰ ਦੇ ਆਸਰੇ ਘਰ ਖੜਦੇ ਨੇ, ਥੰਮ ਦੇ ਆਸਰੇ ਘਰ ਖੜਦੇ ਨੇ, ਤਿਉਂ ਗੁਰੂ ਦਾ ਸ਼ਬਦ ਮਨ ਨੂੰ ਥੰਮ ਲੈਂਦਾ। ਜਿਨ੍ਹਾਂ ਨੇ ਬਾਣੀ ਪੜ੍ਹ ਲਈ ਉਹਨਾਂ ਦੇ ਮਨ ਦੀ ਪਰਪੱਕਤਾ ਹੋ ਜਾਂਦੀ ਹੈ। ਅੱਜ ਨਹੀਂ ਤੇ ਕੱਲ੍ਹ ਜ਼ਰੂਰ ਹੋਵੇਗੀ, ਪਰ ਬਾਣੀ ਪੜ੍ਹਨੀ ਨਾ ਛੱਡਿਓ ਜੇ। ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨਾਂ ਦੀ ਕਲਾ ਵਾਪਰੀ ਜੀ। ਉਹ ਬੱਚੀ ਠੀਕ ਹੋ ਗਈ ਤੇ ਗੁਰੂ ਕਾ ਹੁਕਮ ਸੀ ਸਿੱਖੋ, ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਕੁਝ ਛਕਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਿੱਖ ਦੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ। ਜੇ ਜਪਜੀ ਸਾਹਿਬ ਦਾ ਪਾਠ ਕਰੋਗੇ ਕੋਈ ਦੁੱਖ ਰੋਗ ਸੰਤਾਪ ਤੁਹਾਡੇ ਨੇੜੇ ਨਹੀਂ ਆਵੇਗਾ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਬਾਬਾ ਬੰਦਾ ਸਿੰਘ ਬਹਾਦਰ ਜੀ, ਦੇਵ ਭੂਤ ਮੁਖ ਦੇਖਿਆ ਜਾਏ, ਰਹਿ ਨਹੀਂ ਜੋ ਹੋਵੇ ਬੁਲਾਏ। ਜੇ ਕਿਸੇ ਨੂੰ ਕੋਈ ਬਲਾਦਕ ਵੀ ਚਿੰਬੜੀ ਹੁੰਦੀ ਹੈ ਨਾ, ਜਦੋਂ ਬੰਦਾ ਸਿੰਘ ਬਹਾਦਰ ਦੇ ਪਾਸ ਆਉਂਦੇ ਉਹ ਠੀਕ ਹੋ ਜਾਂਦੇ ਨੇ। ਉਹ ਬਲਾਵਾਂ ਆਦਿਕ ਸਭ ਛੱਡ ਕੇ ਭੱਜ ਜਾਂਦੀਆਂ ਹਨ। ਉਥੇ ਬੜੇ ਹੀ ਪਰਬਤੀ ਸਿੱਧ ਸਨ, ਪਰਬਤਾਂ 'ਚ ਰਹਿਣ ਵਾਲੇ। ਉਹਨਾਂ ਨੇ ਆਪਣੀਆਂ ਬੜੀਆਂ ਤਾਕਤਾਂ, ਬੜੀਆਂ ਕਰਾਮਾਤਾਂ ਲਾਈਆਂ ਹਨ। ਪਰ ਬੰਦਾ ਸਿੰਘ ਬਹਾਦਰ ਦੀ ਬਰਾਬਰੀ ਕੌਣ ਕਰ ਸਕਦਾ ਸੀ? ਬੰਦਾ ਸਿੰਘ ਆਪਣੇ ਆਪ ਨੂੰ ਸਭ ਤੋਂ ਵੱਡਾ ਕਰਾਮਾਤੀ ਤੇ ਸਭ ਤੋਂ ਵੱਡਾ ਸਿੱਧ ਅਖਵਾਉਂਦਾ ਹੈ। ਜਦੋਂ ਕੋਈ ਗੱਲ ਚਿਤਵਦਾ ਹੋਇਆ, ਸੋਚਦਾ ਹੋਇਆ, ਬੰਦਾ ਸਿੰਘ ਬਹਾਦਰ ਦੇ ਪਾਸ ਦੂਰੋਂ ਚੱਲ ਕੇ ਆਉਂਦਾ ਹੈ। ਬੰਦਾ ਸਿੰਘ ਜੀ ਬਿਨਾਂ ਕੁਝ ਪੁੱਛਿਆ ਨਾ ਤੇ ਅਗਲੇ ਦੇ ਬਿਨਾਂ ਕੁਝ ਦੱਸਿਆ ਉਹਨਾਂ ਦੇ ਚਿੱਤ ਦੀ ਗੱਲ ਦੱਸ ਦਿੰਦੇ ਨੇ। ਕੋਈ ਦੂਰੋਂ ਆਉਂਦਾ, ਕੁਝ ਨਾ ਕੁਝ ਸੋਚਦਾ ਹੁੰਦਾ ਹੈ ਨਾ ਵੀ ਮੈਂ ਬੰਦਾ ਸਿੰਘ ਕੋਲ ਚੱਲਿਆ ਤੇ ਇਹ ਗੱਲ ਮੈਂ ਆਖਾਂਗਾ, ਇੱਦਾਂ ਕਹਾਂਗਾ। ਉਹ ਅਗਲੇ ਦੇ ਮੂੰਹ ਤੇ ਪਹਿਲਾਂ ਹੀ ਦੱਸ ਦਿੰਦਾ ਵੀ ਤੂੰ ਇਹ ਕੁਝ ਚਿਤਵਦਾ ਹੋਇਆ ਮੇਰੇ ਪਾਸ ਆਇਆ ਹੈ। ਜਿਹੜਾ ਤਾਂ ਬੰਦਾ ਸਿੰਘ ਬਹਾਦਰ ਦੇ ਬਚਨ ਮੰਨ ਕੇ ਉਹਨਾਂ ਦੇ ਪਾਸ ਆ ਕੇ ਉਹਨਾਂ ਦੀ ਈਨ ਮੰਨ ਲੈਂਦਾ ਹੈ ਤੇ ਬੰਦਾ ਸਿੰਘ ਉਹਨਾਂ ਨੂੰ ਸੁੱਖ ਦਿੰਦਾ ਹੈ, ਕਿਉਂਕਿ ਉਹ ਖਾਲਸੇ ਦੀ ਤਾਬਿਆਦਾਰੀ ਕਬੂਲ ਲੈਂਦੇ ਨੇ ਵੀ ਅੱਜ ਤੋਂ ਬਾਅਦ ਅਸੀਂ ਖਾਲਸੇ ਰਾਜ ਦੇ ਅਧੀਨ ਚੱਲਾਂਗੇ। ਜਿਹੜਾ ਤਾਂ ਪ੍ਰੇਮ ਨਾਲ ਆ ਕੇ ਮਿਲ ਜਾਂਦਾ ਉਹ ਤਾਂ ਠੀਕ ਹੈ, ਤੇ ਜਿਹੜਾ ਫਿਰ ਭਿੜਨ ਲੱਗਦਾ ਨਾ, ਜੰਗ ਕਰਨ ਲੱਗਦਾ ਹੈ, ਤੇ ਬੰਦਾ ਸਿੰਘ ਉਹਨਾਂ ਨਾਲ ਜੰਗ ਕਰ ਲੈਂਦਾ ਹੈ। ਤੇ ਜੇਕਰ ਕੋਈ ਜੰਗ ਕਰਕੇ ਵੀ ਆ ਜਾਂਦਾ, ਮਹਾਰਾਜ ਬਖਸ਼ ਦਿਓ ਵੀ ਪਹਿਲਾਂ ਗਲਤੀ ਹੋ ਗਈ ਹੈ, ਫਿਰ ਉਹਨਾਂ ਨੂੰ ਵੀ ਬਖਸ਼ ਦਿੰਦਾ। ਚਲੋ ਕੋਈ ਗੱਲ ਨਹੀਂ, ਹੁਣ ਸ਼ਰਨ ਆ ਗਿਓ ਤੇ ਪੰਥ ਤੁਹਾਡੀ ਲਾਜ ਜ਼ਰੂਰ ਰੱਖੇਗਾ। ਬਾਬਾ ਬੰਦਾ ਸਿੰਘ ਬਹਾਦਰ ਗੁਰੂ ਕੋਟ ਤੱਕ ਗਏ ਹਨ ਜੀ। ਜਿਹੜਾ ਗੁਰੂ ਕੋਟ ਹੈ, ਅੱਗੇ ਜ਼ਿਕਰ ਆਵੇਗਾ ਕਿ ਗੁਰੂ ਕੋਟ ਨਗਰ ਬੰਦਾ ਸਿੰਘ ਬਹਾਦਰ ਨੇ ਆਪ ਵਸਾਇਆ ਸੀ, ਉਹਨਾਂ ਨੇ ਆਪਣਾ ਨਗਰ ਇਹ ਬਣਾਇਆ ਸੀ। ਇਸ ਤਰ੍ਹਾਂ ਗੁਰੂ ਕੋਟ ਤੱਕ ਬੰਦਾ ਸਿੰਘ ਬਹਾਦਰ ਗਏ ਹਨ। ਇਸ ਪ੍ਰਕਾਰ ਉਸ ਜਗ੍ਹਾ ਤੇ ਜਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਟਿਕਾਣਾ ਕੀਤਾ ਹੈ। ਤੇ ਉਹਨਾਂ ਨੇ ਨਾਲ ਨਾਲ ਉੱਥੇ ਇੱਕ ਥਾਣਾ ਬੰਦਾ ਸਿੰਘ ਬਹਾਦਰ ਨੇ ਗੁਰੂ ਕੋਟ ਬਣਾ ਦਿੱਤਾ।
ਵੀ ਜਿੰਨਾ ਵੀ ਪਰਬਤੀ ਇਲਾਕਾ ਹੈ ਥਾਣਾ ਬਣਾ ਕੇ ਨਾ ਸਾਰਾ ਕੁਝ ਉਹਨਾਂ ਨੇ ਆਪਣੇ ਅਧੀਨ ਕਰ ਲਿਆ ਹੈ। ਇਸੇ ਪ੍ਰਕਾਰ ਜਿਹੜਾ ਸਕੇਤ ਮੰਡੀ ਦਾ ਰਾਜਾ ਸੀ, ਜਿਹਦਾ ਜ਼ਿਕਰ ਕੱਲ ਆਇਆ ਸੀ, ਰਾਜਾ ਸੁਦਾ ਸੈਣ, ਉਹ ਵੀ ਬੰਦਾ ਸਿੰਘ ਬਹਾਦਰ ਨੂੰ ਆ ਕਰਕੇ ਮਿਲਿਆ ਹੈ। ਤੇ ਨਦੌਣ ਦਾ ਜਿਹੜਾ ਰਾਜਾ ਸੀ ਉਹਨੇ ਵੀ ਆਪਣੇ ਵਕੀਲ ਭੇਜ ਦਿੱਤੇ ਹਨ। ਆ ਨਦੌਣ ਦਾ ਇਲਾਕਾ ਨਾ ਜਿੱਧਰ ਪੌਂਟਾ ਸਾਹਿਬ ਹੈ ਤੇ ਪਹਿਲਾਂ ਨਦੌਣ ਦੀ ਰਿਆਸਤ ਆਉਂਦੀ ਹੈ। ਉੱਥੇ ਪਹਿਲਾਂ ਰਾਜਾ ਮੇਦਨੀ ਪ੍ਰਕਾਸ਼ ਸੀ ਜਿਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਉੱਧਰ ਬੁਲਾਇਆ ਸੀਗਾ। ਤੇ ਇਹ ਨਦੌਣ ਦੀ ਰਿਆਸਤ ਦਾ ਜਿਹੜਾ ਰਾਜਾ ਸੀ ਉਹਨੇ ਵੀ ਵਕੀਲ ਆਦਿਕ ਭੇਜ ਦਿੱਤੇ ਨੇ ਕਿ ਮੈਂ ਖਾਲਸੇ ਦੀ ਤਾਬਿਆਦਾਰੀ ਕਬੂਲ ਕਰਦਾ ਹਾਂ। ਇਸ ਤਰ੍ਹਾਂ ਜਿਹੜਾ ਪਾਤਸ਼ਾਹੀ ਖਜ਼ਾਨਾ ਸੀ ਬੰਦਾ ਸਿੰਘ ਬਹਾਦਰ ਨੇ ਸਾਰਿਆਂ ਦੇ ਕੋਲੋਂ ਲੈ ਲਿਆ ਹੈ। ਕੋਈ ਬਹਾਨਾ ਆਦਿਕ ਬਣਾਉਂਦਾ ਹੈ, ਉਹਨਾਂ ਨੂੰ ਸੌਦਾ ਲਾ ਦਿੰਦੇ ਨੇ, ਤੇ ਕੋਈ ਪ੍ਰੇਮ ਨਾਲ ਆ ਕੇ ਭੇਟਾ ਕਰਦਾ ਹੈ ਤੇ ਬੰਦਾ ਸਿੰਘ ਬਹਾਦਰ ਉਹਨੂੰ ਕਬੂਲ ਲੈਂਦਾ ਹੈ। ਇਸ ਤਰ੍ਹਾਂ ਭਾਈ ਜਿਹੜਾ ਖਜ਼ਾਨਾ ਲਿਆ ਕੇ ਖਾਲਸੇ ਨੂੰ ਭੇਟ ਕਰਦਾ ਉਹਨਾਂ ਦੇ ਉੱਪਰ ਬੰਦਾ ਸਿੰਘ ਬੜੀ ਕਿਰਪਾ ਕਰ ਦਿੰਦਾ ਹੈ। ਅਨੇਕਾਂ ਹੀ ਰਾਜਿਆਂ ਦੇ ਵਕੀਲ ਆ ਕੇ ਬੰਦਾ ਸਿੰਘ ਦੀ ਕਚਹਿਰੀ ਵਿੱਚ ਖਲੋਤੇ ਰਹਿੰਦੇ ਹਨ। ਬੰਦਾ ਸਿੰਘ ਨੇ ਇੱਕ ਨਵਾਂ ਰੂਪ ਤੇ ਇੱਕ ਨਵੀਂ ਤਰਕੀਬ ਹੁਣ ਧਾਰਨ ਕਰ ਲਈ। ਰੂਪ ਕੀ ਬਣਾਇਆ ਕਿ ਗੁਰੂ ਸਦਾਣਾ ਸ਼ੁਰੂ ਕਰ ਦਿੱਤਾ। ਤਰਕੀਬ ਇਹ ਅਪਣਾ ਲਈ ਕਿ ਜਿਹੜੇ ਨਕੀਬ ਹੁੰਦੇ ਸਨ ਨਾ ਪਹਿਲਾਂ, ਤੇ ਜਦੋਂ ਰਾਜਾ ਲੰਘਦਾ ਸੀ ਤੇ ਉਹ ਹੋਕਾ ਦਿੰਦੇ ਸਨ ਵੀ ਫਲਾਣੇ ਰਾਜੇ ਦੀ ਸਵਾਰੀ ਆ ਰਹੀ ਹੈ। ਹੁਣ ਕੀ ਹੋਕਾ ਦੇਣ ਲੱਗ ਪਏ ਕਿ ਬੰਦੇ ਗੁਰੂ ਦੀ ਸਵਾਰੀ ਆ ਰਹੀ ਹੈ। ਉਹਨਾਂ ਨੇ ਨਕੀਬਾਂ ਦੇ ਕੋਲੋਂ ਹੋਕਾ ਦਿਵਾਉਣਾ ਸ਼ੁਰੂ ਕਰ ਦਿੱਤਾ। ਜਿੱਥੋਂ ਵੀ ਲੰਘਣਾ ਤੇ ਪਹਿਲਾਂ ਹੋਕਾ ਦੇ ਦੇਣਾ। ਤੇ ਬੰਦਾ ਸਿੰਘ ਜਿਸ ਇਲਾਕੇ ਵਿੱਚ ਜਾਂਦਾ ਨਾ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਆਹ ਨਹੀਂ ਕਰਨਾ, ਤੁਸੀਂ ਆਹ ਨਹੀਂ ਕਰਨਾ, ਕੰਮ ਉਹ ਕਰਨਾ ਜਿਹੜਾ ਮੈਂ ਤੁਹਾਨੂੰ ਕਹਿੰਦਾ ਹਾਂ। ਇਸ ਤਰ੍ਹਾਂ ਲੋਕਾਂ ਦੇ ਉੱਤੇ ਆਪਣਾ ਦਬਦਬਾ ਬਣਾਉਣ ਲੱਗ ਪਿਆ ਹੈ। ਨਾਲੇ ਬੰਦਾ ਸਿੰਘ ਨੇ ਇੱਕ ਹੁਕਮ ਕੀਤਾ ਕਿ ਇਸਤਰੀ ਦੇ ਸਰੀਰ ਤੇ ਜਿਹੜਾ ਗਹਿਣਾ ਪਹਿਨਿਆ ਹੋਇਆ ਹੈ, ਜਦੋਂ ਵੀ ਖਾਲਸੇ ਨੇ ਕਿਤੇ ਜਾਣਾ, ਕਿਤੇ ਹਮਲਾ ਕਰਨਾ, ਲੁੱਟ ਮਾਰ ਕਰਨੀ ਹੈ, ਇੱਕ ਤਾਂ ਬੀਬੀ ਨੂੰ ਹੱਥ ਨਹੀਂ ਲਾਉਣਾ ਤੇ ਦੂਸਰਾ ਉਹਦੇ ਤਨ ਤੇ ਪਹਿਨਿਆ ਹੋਇਆ ਜਿਹੜਾ ਗਹਿਣਾ ਉਹਨੂੰ ਨਹੀਂ ਛੂਹਣਾ। ਭਾਵ ਕਿ ਬੀਬੀ ਦਾ ਗਹਿਣਾ, ਉਹਦੇ ਹੋਰ ਵੀ ਜਿਹੜੇ ਦੁਨਿਆਵੀ ਪਦਾਰਥ ਆਦਿਕ ਨੇ ਉਹ ਕਿਸੇ ਨੇ ਵੀ ਭਾਈ ਲੁੱਟਣੇ ਨਹੀਂ ਹਨ। ਤੇ ਦੂਸਰਾ ਵਚਨ ਇਹ ਸੀ ਵੀ ਜਿਹੜੇ ਪੁਰਸ਼ ਨੇ ਉਹਨਾਂ ਦੇ ਤਨ ਦੀ ਪੁਸ਼ਾਕ ਤੇ ਸਿਰ ਦੀ ਪੱਗ ਉਹਨੂੰ ਨਹੀਂ ਕਿਸੇ ਨੇ ਹੱਥ ਲਾਉਣਾ। ਸਾਡੇ ਤਾਂ ਜਣੇ ਖਣੇ ਜਿੱਥੇ ਜੀ ਕਰਦੇ ਵੀ ਲਾਹ ਕੇ ਉਹ ਮਾਰਦੇ ਨੇ ਅਗਲੇ ਦੀ ਪੱਗ। ਇਹ ਭਾਵਨਾ ਸਾਡੀ ਬਣੀ ਹੋਈ ਹੈ। ਪੱਗ ਦਾ ਸਤਿਕਾਰ ਹੌਲੀ ਹੌਲੀ ਖਤਮ ਕਰ ਦਿੱਤਾ। ਪਰ ਇੱਕ ਵਚਨ ਜ਼ਰੂਰ ਯਾਦ ਰੱਖਿਓ, ਅੱਜ ਕੱਲ੍ਹ ਇੱਕ ਨਾ ਆਮ ਕਰਕੇ ਕਹਾਵਤ ਬਣੀ ਹੈ ਵੀ ਸਰਦਾਰੀ ਜਿਹੜੀ ਪੱਗ ਦੇ ਨਾਲ ਹੈ। ਸਰਦਾਰੀ ਪੱਗ ਨਾਲ ਨਹੀਂ, ਸਰਦਾਰੀ ਸਿੱਖੀ ਜੀਵਨ ਧਾਰਨ ਕਰਕੇ ਹੈ। ਪੱਗ ਉਹਨਾਂ ਦੀ ਸ਼ੋਭਦੀ ਹੈ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨੂੰ ਕਬਾ ਲਿਆ ਹੈ। ਪੱਗ ਬੰਨ੍ਹ ਕੇ ਤੇ ਪੀਣੀ ਸ਼ਰਾਬ ਤੇ ਫਿਰ ਮੈਂ ਕਹਾਂ ਜੀ ਸਰਦਾਰ ਜੀ ਨਹੀਂ, ਉਹ ਗੱਲਾਂ ਨਹੀਂ ਹੈ ਸਰਦਾਰ ਜੀ। ਹਾਂ, ਪੰਜਾਬੀ ਜ਼ਰੂਰ ਕਹਾਓਗੇ, ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ। ਬੜੀ ਵਾਰੀ ਬਚਨ ਆ ਚੁੱਕਾ ਹੈ ਯਾਰ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ, ਪੰਜਾਬੀ ਹੋਵੋਗੇ ਤੁਸੀਂ, ਸਿੱਖ ਨਹੀਂ ਹੋਵੋਗੇ। ਸਿੱਖ ਉਹੀ ਹੈ ਗੁਰਮੁਖੋ ਜਿਹੜਾ ਗੁਰੂ ਨਾਨਕ ਸਾਹਿਬ ਦੇ ਅਸੂਲਾਂ ਦੀ ਕਮਾਈ ਕਰ ਲੈਂਦਾ ਆ। ਠੀਕ ਹੈ, ਪੱਗ ਦਾ ਮਾਣ ਸਾਡਾ ਮਾਣ ਹੈ, ਪੱਗ ਦਾ ਸਤਿਕਾਰ ਜ਼ਰੂਰੀ ਹੈ, ਪਰ ਪੱਗ ਬੰਨ੍ਹ ਕੇ ਸਿੱਖ ਨਹੀਂ ਬਣਦਾ। ਪੱਗ ਦੇ ਨਾਲ ਨਾਲ ਪੱਗ ਦੇ ਅਸੂਲ ਵੀ ਕਮਾਣੇ ਪੈਂਦੇ ਨੇ। ਜਿਹਨੇ ਪੱਗ ਦੇ ਅਸੂਲ ਨਹੀਂ ਨਾ ਕਮਾਏ ਉਹਦੀ ਪੱਗ ਸਫਲ ਹੀ ਨਹੀਂ। ਦੁਨੀਆ ਦੇ ਵਿੱਚ ਸਰਦਾਰ ਘਾ ਲਵਾਂਗੇ, ਪਰ ਉਹ ਸਰਦਾਰੀਆਂ ਜਿਹੜੀਆਂ ਮਹਾਰਾਜ ਨੇ ਭਾਈ ਜੱਸਾ ਸਿੰਘ ਆਹਲੂਵਾਲੇ ਨੂੰ ਦਿੱਤੀਆਂ ਨੇ ਨਾ, ਬੰਦਾ ਸਿੰਘ ਬਹਾਦਰ ਨੂੰ ਦਿੱਤੀਆਂ ਨੇ, ਉਹ ਸਰਦਾਰੀਆਂ ਜਿਹੜੀਆਂ ਨਹੀਂ ਮਿਲਣੀਆਂ। ਉਹਨਾਂ ਨੇ ਸਰਦਾਰੀਆਂ ਸਿੱਖੀ ਕਮਾ ਕੇ ਲਈਆਂ ਨੇ। ਅਸੀਂ ਕਹਿੰਦੇ ਹਾਂ ਵੀ ਰੰਬੀਆਂ ਨਾਲ ਖੋਪਰ ਉਤਰੇ ਤੇ ਸਰਦਾਰੀਆਂ ਮਿਲੀਆਂ। ਐਗਜ਼ਾਮਪਲ ਤਾਂ ਦੇ ਦਿੱਤੀ, ਮੈਂ ਪੱਗ ਬੰਨ੍ਹ ਲਈ ਤੇ ਮੈਂ ਕਹਿ ਦਿੱਤਾ ਵੀ ਰੰਬੀਆਂ ਨਾਲ ਖੋਪਰ ਉਤਰੇ ਤੇ ਸਰਦਾਰੀਆਂ ਮਿਲੀਆਂ। ਤੇ ਜਿਹਨੇ ਖੋਪਰ ਲਵਾਇਆ ਸੀ ਉਹ 8 ਪਹਿਰ ਬਾਣੀ ਪੜ੍ਹਦਾ ਸੀ। ਜਿਹਨੇ ਖੋਪਰ ਲਵਾਇਆ ਸੀ, ਜਦੋਂ ਖੋਪਰ ਉਤਰਿਆ ਨਾ ਉਹਨਾਂ ਦਾ, ਉਹਨਾਂ ਨੂੰ ਜਪਜੀ ਸਾਹਿਬ ਨਹੀਂ ਵਿਸਰਿਆ।
21 दिन बैठे रहे बाबा तारू सिंह बिना खोपर तो बाणी पढ़दियां ते जकरिया खान नूं जुत्ती दे मूहरे ला के लैके गए हो। जकरिया खान की मौत होई ते भाई तारू सिंह ने शरीर छड्डिया। किस दस्तार दी किस पग की गल करदे हो? खालसा जी असी फैशन बना के रख लिया, महाराज ने सानू ताज दिता दस्तार ते दमाले दे रूप विच, असी फैशन बना लिया ते सिੱਖੀ नूं लांभे कर दिता है। दस्तार बन्नी उन्हां दी सफल, दमाला बन्निया उन्हां दा सफल जिन्हां ने गुरु घर दी सिੱਖੀ कमाई है। ते जिहड़े सिੱਖੀ नहीं ना कमा सकते खिमा करियो ते कहण देना गुस्सा भावें लग जाए, उन्हां दी दस्तार बन्नी कदे सफल नहीं जिहड़े सिੱਖੀ नहीं कमा सकते। महाराज कलगीधर ने खालसे नूं ताज दिता दस्तार के रूप में। ताज उदों शुभदा है जदों राजा तखत ते बह जाए। जे राजा तखत ते नहीं बैठा तो काहदा ताज भावें जिन्ने मर्जी सिर ते रखी जाए। ताज तो उही है ना, जदों राजा तखत ते बहिंदा ताज तां ही शोभा पाउंदा है। ते जदों सिੱਖੀ जीवन दे विच आ जाएगी ना तो ये ताज उदों ही शोभा पाउणा है। फिर अखवावांगे भी ये सरदार गुरु के सिख ने। खैर बाबा बंदा सिंह जी बहादुर उन्होंने बचन किया, पुरुष पोशाक और सिर की पाग, शरीर ते पहनी हुई पुरुष की पोशाक ते सिर की पग नहीं किसी ने लानी। उस समय विच लुटेरे की करते सन, बीबियां दे गहने खोह लैने, उन्होंने पुरुष के कपड़े लवा लैने ते पग ला लैनी। गरीब होंदे सन, कपड़े लैने भी औखे सन उस समय विच। इस तरह बंदा सिंह ने हुक्म दिता है, आज तो बाद भाई किसी ने इन्हां नूं हाथ नहीं लाउणा। सकेत मंडी का जिहड़ा राजा सुधा सैन सी ना, वो भी अपनी रियासत विच अपने आप नूं बड़ा महान ते वड्डा राजा अखवाउंदा है। भाई रतन सिंह जी कहते जिस तरह वो बंदा सिंह बहादुर नूं आके मिलिया है, मैं तुहानूं वो सारी कथा सुणाउंदा हां। जदों बाबा बंदा सिंह बहादुर मंडी वल नूं वधे ते उथों दा राजा सुधा सैन उहनूं खबर मिल गई है कि बंदा सिंह मेरी रियासत वल आ गया, जो बहुत वड्डा करामाती है। जिहड़ी अग लगी सी ना इसे ही राजे दे महल च लगी सी, जिहड़ी कल कथा सुनी है, इस करके वो जान गया सी भी ये करामाती है। राजा सुधा सैन कहन लगा कि गुरु गोबिंद सिंह महाराज सच्चे पातशाह जी ने करामात बंदा सिंह नूं दिती है। अकाल पुरख वाहिगुरु धन गुरु नानक साहब गुरु गोबिंद सिंह साहब की कृपा बंदा सिंह ते होई है। महाराज कलगीधर गुरु गोबिंद सिंह साहब जी ने बंदे बहादुर नूं इस तरह बचन आखे हन, कहते भी म्यान होर है ते तलवार उही है। म्यान बदल गया पर तलवार उही है। गुरु गोबिंद सिंह महाराज जंग करते रहे जुल्म के खिलाफ, ते बंदा सिंह बहादुर भी जुल्म के खिलाफ लड़न वास्ते आया है। सुधा सैन राजा सोचता है कि बंदा सिंह बहादुर के दर्शन करने चाहिए हन। मेरी रियासत विच आया है ते बड़ा वड्डा करामाती है बंदा सिंह बहादुर। बंदा सिंह दे नाल वैर कमाना नहीं बनता, वैर कमा के मैनू मिलना कुछ नहीं। मैं इस तरह समझ लवां कि जिहड़ा बंदा बहादुर है ये नेक कलंक अवतार इत्थे आया है। सो जेकर इहदे नाल मैं लड़ाई भी लड़ांगा तो मैनू जंग दे विच हरा देवेगा। ते फिर जे जंग दे विच जाके इहदे नाल भेड़ पै गई तो फिर की जाना कि मेरे नाल जंग विच की होना है। इहदे नालों चंगा भी उहदी शरण दे विच ही जाके पै जावां। बाबा बंदा सिंह बहादुर चढ़ाई करके जदों इहदे इलाके दे विच आए तो उन्होंने बाहर आके डेरा ला लिया है। ते राजा भी अपना लाओ लश्कर लैके ना रियासत तो अपने महलों तो चल पिया भी मैं बंदा सिंह बहादुर नूं मूहरे जाके मिलदा भी उहदा सत्कार मान करदा हाँ।
ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਪਾਸ ਆਪਣੇ ਵਕੀਲ ਭੇਜ ਦਿੱਤੇ ਹਨ। ਵਕੀਲਾਂ ਨੂੰ ਕਹਿ ਦਿੱਤਾ ਵੀ ਜਾ ਕੇ ਮੇਰੇ ਵੱਲੋਂ ਬੇਨਤੀ ਕਰ ਦਿਓ ਕਿ ਰਾਜਾ ਸੁਧਾ ਸੈਨ ਬਿਨਾਂ ਢਿੱਲ ਤੋਂ ਤੁਹਾਨੂੰ ਮਿਲਣ ਵਾਸਤੇ ਆ ਰਿਹਾ ਹੈ। ਮੈਂ ਸਿੱਖ ਤੋਂ ਗੁਰੂ ਨਾਨਕ ਘਰ ਕੋ। ਸੁਧਾ ਸੈਨ ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿੱਖ ਹਾਂ। ਮੇਰੇ ਵੱਡੇ ਵਡੇਰੇ ਜਿਹੜੇ ਸਨ, ਮੇਰਾ ਖਾਨਦਾਨ ਗੁਰੂ ਘਰ ਨੂੰ ਸ਼ੁਰੂ ਤੋਂ ਮੰਨਦਾ ਆਇਆ, ਇਸ ਕਰਕੇ ਮੇਰੀ ਵੀ ਜਿਹੜੀ ਸ਼ਰਧਾ ਹੈ ਉਹ ਗੁਰੂ ਸਾਹਿਬ ਦੇ ਘਰ ਦੇ ਵਿੱਚ ਹੈ। ਸੋ ਇਸ ਪ੍ਰਕਾਰ ਮੈਂ ਵੀ ਤੁਹਾਡੇ ਚਰਨਾਂ ਦੇ ਵਿੱਚ ਆਇਆ ਤੇ ਤੁਹਾਨੂੰ ਭੇਟਾਵਾਂ ਭੇਟ ਕਰਨਾ ਚਾਹੁੰਦਾ ਆ, ਆਪਣਾ ਆਪ ਤੁਹਾਡੇ ਚਰਨਾਂ ਵਿੱਚ ਸਮਰਪਿਤ ਕਰਨਾ ਚਾਹੁੰਦਾ ਹਾਂ। ਸੋ ਇਸੇ ਪ੍ਰਕਾਰ ਜਿਹੜੇ ਪਾਤਸ਼ਾਹੀ ਟਕੇ ਨੇ ਨਾ, ਜਿਹੜਾ ਮਾਮਲਾ ਹੈ ਦਿੱਲੀ ਦਰਬਾਰ ਦਾ, ਉਹ ਤੁਸੀਂ ਮੇਰੇ ਕੋਲੋਂ ਲੈ ਲਓ। ਮੈਂ ਬਹਾਦਰ ਸ਼ਾਹ ਨੂੰ ਨਹੀਂ ਦਿੰਦਾ, ਤੁਹਾਨੂੰ ਦੇ ਦਿੰਦਾ ਹਾਂ। ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣਾ ਸਿੱਖ ਬਣਾ ਲਓ। ਮੇਰੇ ਤੇ ਹਮਲਾ ਨਾ ਕਰ ਦਿਓ ਵੀ ਮੇਰੀ ਰਿਆਸਤ ਉਜੜ ਜਾਏ। ਮੈਨੂੰ ਸਿੱਖ ਬਣਾ ਲਓ, ਮੈਂ ਤੁਹਾਡੀ ਅਧੀਨਗੀ ਕਬੂਲ ਕਰਦਾ ਹਾਂ। ਰਾਜਾ ਸੁਧਾ ਸੈਨ ਚੜਾਵਾ ਲੈ ਕੇ, ਭਟਾਵਾਂ ਲੈ ਕਰਕੇ, ਤੋਹਫੇ ਲੈ ਕੇ ਅੱਗੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪ ਮਿਲਿਆ ਹੈ। ਬੰਦਾ ਸਿੰਘ ਨੇ ਬੜੀਆਂ ਖੁਸ਼ੀਆਂ ਦਿੱਤੀਆਂ, ਮਨ ਪ੍ਰਸੰਨ ਹੋ ਗਿਆ ਵੀ ਰਾਜਾ ਆਪ ਮਿਲਣ ਵਾਸਤੇ ਆਇਆ ਹੈ, ਤੇ ਘੁੱਟ ਕੇ ਗਲਵਕੜੀ ਵਿੱਚ ਲੈ ਕੇ ਰਾਜੇ ਸੁਧਾ ਸੈਨ ਨੂੰ ਬੜਾ ਮਾਣ ਦਿੱਤਾ ਹੈ। ਬੰਦਾ ਸਿੰਘ ਜੀ ਕਹਿਣ ਲੱਗੇ, ਹੇ ਰਾਜਾ ਸੁਧਾ ਸੈਨ, ਮੇਰੇ ਬਚਨ ਧਿਆਨ ਨਾਲ ਸੁਣੋ। ਇਹ ਮੇਰਾ ਵਰ ਹੈ ਕਿ ਤੇਰਾ ਦੇਸ਼ ਬੇਰਾਜਾ ਦੇਸ਼ ਨਹੀਂ ਹੋਵੇਗਾ। ਭਾਵ ਇਹਦਾ ਜਿਹੜਾ ਰਾਜਾ ਹੈ ਨਾ, ਉਹਦੇ ਕੋਲੋਂ ਕਦੇ ਰਾਜ ਨਹੀਂ ਖੋਇਆ ਜਾਏਗਾ। ਇਹ ਮੇਰਾ ਵਰ ਹੈ। ਭਾਵ ਤੇਰੇ ਕੋਲ ਰਾਜ ਹੈ, ਰਾਜ ਤੇਰੇ ਕੋਲੋਂ ਰਹੇਗਾ। ਦੁਸ਼ਮਣ ਵੀ ਚੜ ਕੇ ਆ ਜਾਏ, ਤੇਰਾ ਰਾਜ ਨਹੀਂ ਖੋ ਸਕੇਗਾ। ਜਿਹੜਾ ਤੇਰਾ ਦੋਖੀ ਹੋਵੇਗਾ ਨਾ, ਤੇਰੇ ਬਾਰੇ ਮਾੜਾ ਵੀ ਸੋਚੇਗਾ, ਤੇਰਾ ਦੋਖੀ ਕਦੇ ਵੀ ਸੁਖਾਲਾ ਸੌਖਾ ਨਹੀਂ ਰਹਿ ਸਕੇਗਾ। ਮੇਰਾ ਬਚਨ ਹੈ ਕਿ ਤੇਰੇ ਦੇਸ਼ ਦੇ ਵਿੱਚ ਕਦੇ ਕਾਲ ਨਹੀਂ ਪਏਗਾ। ਭਾਵ ਉਹਨਾਂ ਸਮਿਆਂ ਵਿੱਚ ਜਿਹੜੀ ਖੇਤੀ ਹੁੰਦੀ ਸੀ ਉਹ ਬਰਸਾਤ ਦੇ ਪਾਣੀ ਦੇ ਉੱਤੇ ਹੀ ਸੀਮਤ ਹੁੰਦੀ ਸੀ। ਬਰਸਾਤ ਪੈ ਜਾਣੀ ਤੇ ਖੇਤਾਂ ਵਿੱਚ ਫਸਲ ਹੋ ਜਾਣੀ। ਜਿਨ੍ਹਾਂ ਕੋਲ ਖੂਹ ਸਨ, ਜਿਹੜੇ ਅਮੀਰ ਲੋਕ ਹੁੰਦੇ ਸਨ, ਉਹਨਾਂ ਕੋਲ ਖੂਹ ਹੁੰਦੇ ਸਨ ਤੇ ਖੂਹਾਂ ਦਾ ਪਾਣੀ ਲਾ ਲੈਂਦੇ ਸਨ। ਪਰ ਹੋਰ ਜਿਹੜੇ ਲੋਕ ਸਨ, ਉਹਨਾਂ ਕੋਲ ਕਿੱਥੇ ਖੂਹ ਪਟਾ ਹੁੰਦਾ ਸੀਗਾ। ਇਸ ਕਰਕੇ ਉਹ ਬਰਸਾਤਾਂ ਦੇ ਉੱਤੇ ਹੀ ਨਿਰਭਰ ਕਰਦੇ ਸਨ। ਮੀਂਹ ਪੈ ਜਾਣਾ ਤੇ ਫਸਲ ਹੋ ਜਾਣੀ, ਮੀਂਹ ਨਾ ਪੈਣਾ ਤੇ ਕਾਲ ਪੈ ਜਾਣਾ, ਅੰਨ ਦੀ ਕਮੀ ਹੋ ਜਾਣੀ। ਇਸ ਪ੍ਰਕਾਰ ਰਾਜਾ ਸੁਧਾ ਸੈਨ ਨੂੰ ਵਰ ਦਿੱਤਾ। ਬੰਦਾ ਸਿੰਘ ਕਹਿਣ ਲੱਗਾ, ਤੇਰੇ ਦੇਸ਼ ਦੇ ਵਿੱਚ ਕਦੇ ਕਾਲ ਨਹੀਂ ਪਵੇਗਾ। ਜੇਕਰ ਤੈਨੂੰ ਕੋਈ ਲੋੜ ਹੋਵੇ ਨਾ, ਕਿਸੇ ਪਦਾਰਥ ਦੀ, ਤੇਰੇ ਮਨ ਦੇ ਵਿੱਚ ਚਾਹਨਾ ਹੋਵੇ। ਉਹਨਾਂ ਨੇ ਨਾ ਉਹ ਪੁਸਤਕ ਦੇ ਦਿੱਤੀ, ਜਿਹੜੀ ਪੁਸਤਕ ਉਹਨਾਂ ਦੇ ਗੁਰੂ ਨੇ ਬੰਦਾ ਸਿੰਘ ਨੂੰ ਦਿੱਤੀ ਸੀਗੀ। ਉਹ ਜਿਹੜੀ ਪੁਸਤਕ ਉਹਨਾਂ ਨੇ ਅੱਗੋਂ ਰਾਜੇ ਸੁਧਾ ਸੈਨ ਨੂੰ ਦੇ ਦਿੱਤੀ ਹੈ। ਹੁਕਮ ਕੀਤਾ ਵੀ ਇਸ ਪੁਸਤਕ ਦੇ ਵਿੱਚ ਹਰ ਪ੍ਰਕਾਰ ਦੀ ਵਿਦਿਆ ਹੈ। ਜੋ ਤੂੰ ਚਾਹੇ ਨਾ, ਇਹਦੇ ਵਿੱਚੋਂ ਮੰਤਰ ਪੜ੍ਹ ਲਈ ਤੇ ਉਹਦੀ ਕਮਾਈ ਕਰ ਲਈ। ਜੋ ਚਾਹੇਗਾ ਤੈਨੂੰ ਪ੍ਰਾਪਤ ਹੋ ਜਾਏਗਾ। ਕਿਸੇ ਚੀਜ਼ ਦੀ, ਕਿਸੇ ਪਦਾਰਥ ਦੀ ਕਮੀ ਨਹੀਂ ਰਹੇਗੀ। ਉਸ ਪੁਸਤਕ ਕੋ ਇੱਕ ਪੱਤਰ ਉਸ ਮਾਈ ਹੱਥ ਆਏ। ਹੁਣ ਸਾਧ ਸੰਗਤ ਜੀ, ਉਹ ਪੁਸਤਕ ਬੜਾ ਲੰਮਾ ਸਮਾਂ ਬੰਦਾ ਸਿੰਘ ਦੇ ਪਾਸ ਰਹੀ। ਹੁਣ ਬੰਦਾ ਸਿੰਘ ਬਹਾਦਰ ਦੀ ਜਿਹੜੀ ਪਹਿਲੀ ਇਸਤਰੀ ਸੀ ਨਾ, ਉਸ ਪੁਸਤਕ ਦਾ ਨਾ ਇੱਕ ਪੱਤਰ, ਇੱਕ ਪੰਨਾ ਉਹਦੇ ਹੱਥ ਆ ਗਿਆ। ਬਾਕੀ ਤਾਂ ਜਿਹੜੀ ਪੁਸਤਕ ਸੀ ਉਹ ਸਾਰੀ ਰਾਜੇ ਸੁਧਾ ਸੈਨ ਦੇ ਕੋਲ ਚਲੀ ਗਈ, ਤੇ ਉਹਦਾ ਇੱਕ ਪੇਜ ਕਹਿ ਲਓ, ਪੰਨਾ ਕਹਿ ਲਓ, ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਪਹਿਲੀ ਇਸਤਰੀ ਸੀ ਉਹਦੇ ਹੱਥ ਲੱਗ ਗਿਆ ਹੈ। ਜਿਨ ਬਾਬੇ ਸਾਹਿਬ ਕੋ ਦਿਨੋਂ ਪਰਚੋ ਲਗਾਏ। ਕਹਿੰਦੇ ਹਨ ਕਿ ਬੇਦੀਆਂ ਦੀ ਕੁਲ ਵਿੱਚੋਂ, ਗੁਰੂ ਨਾਨਕ ਸਾਹਿਬ ਜੀ ਦੀ ਕੁਲ ਦੇ ਵਿੱਚੋਂ ਨਾ ਬਾਬਾ ਸਾਹਿਬ ਸਿੰਘ ਜੀ ਬੇਦੀ ਹੋਏ ਨੇ। ਤੇ ਬਾਬਾ ਸਾਹਿਬ ਸਿੰਘ ਬੇਦੀ ਨੂੰ ਵੀ ਇਹਨੇ ਬੜੀਆਂ ਕਰਾਮਾਤਾਂ ਵਿਖਾਈਆਂ ਸਨ ਇਸ ਬੀਬੀ ਨੇ। ਤੇ ਸਾਧ ਸੰਗਤ ਜੀ, ਕਿਉਂਕਿ ਉਹ ਜਿਹੜਾ ਪੱਤਰ ਸੀ ਹੱਥ ਆ ਗਿਆ, ਉਹਦੇ ਵਿੱਚ ਮੰਤਰ ਆਦਿਕ ਜੋ ਵੀ ਲਿਖੇ ਸਨ ਉਹਨੇ ਉਹ ਸਾਧਨਾ ਕਰ ਲਈ ਤੇ ਉਹਦੇ ਵਿੱਚ ਕਰਾਮਾਤਾਂ ਆ ਗਈਆਂ ਸਨ। ਉਸ
ਇੱਕੋ ਹਿੰਮਤ ਆਈ। ਸੋ ਇਸ ਪ੍ਰਕਾਰ ਭਾਈ ਰਤਨ ਸਿੰਘ ਜੀ ਕਹਿੰਦੇ ਨੇ ਕਿ ਉਸ ਮਾਈ ਦੇ ਹੱਥ ਦੇ ਵਿੱਚ ਉਹ ਇੱਕ ਪੰਨਾ, ਇੱਕ ਪੇਜ ਆ ਗਿਆ ਹੈ। ਬੰਦਾ ਸਿੰਘ ਦੀ ਉਹ ਇਸਤਰੀ ਸੀ, ਉਹਨੇ ਜਿਹੜੇ ਉਹਦੇ ਵਿੱਚ ਬਚਨ ਸਨ ਉਹਨਾਂ ਬਚਨਾਂ ਨੂੰ ਕਮਾ ਲਿਆ, ਸਾਧਨਾ ਕਰ ਲਈ ਹੈ। ਆ ਪਰਬਤੀ ਇਲਾਕੇ ਵਿੱਚ ਇੱਕ ਨਗਰ ਪੈਂਦਾ ਸੀ ਜੇਜੋ, ਉਸ ਇਲਾਕੇ ਦੇ ਵਿੱਚ ਉਹ ਰਹਿੰਦੀ ਸੀ। ਇਸ ਪ੍ਰਕਾਰ ਉਹਨੇ ਬੜੀ ਸੇਵਾ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਦੀ। ਬਾਬਾ ਬੰਦਾ ਸਿੰਘ ਬਹਾਦਰ ਜਿੱਥੇ ਵੀ ਜਾ ਕੇ ਆਪਣਾ ਡੇਰਾ ਲਾਉਂਦੇ ਸਨ, ਨਾਲ ਨਾਲ ਜਾਂਦੀ ਸੀ, ਹਰ ਇੱਕ ਪੜਾਅ ਵਿੱਚ ਜਾ ਕੇ ਉਹ ਸੇਵਾ ਕਰਦੀ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਹੋਰ ਉਹਨੇ ਬੜੀਆਂ ਕਰਾਮਾਤਾਂ ਵਿਖਾਈਆਂ ਸਨ, ਪਰ ਉਹਨਾਂ ਕਰਾਮਾਤਾਂ ਵਿੱਚੋਂ ਨਾ ਮੈਂ ਇੱਕ ਕਰਾਮਾਤ ਜਿਹੜੀ ਇੱਥੇ ਲਿਖ ਕੇ ਤੁਹਾਨੂੰ ਸੁਣਾ ਦੇਣਾ ਵੀ ਉਹਦੇ ਵਿੱਚ ਕਿੰਨੀਆਂ ਕਰਾਮਾਤਾਂ ਆ ਗਈਆਂ ਸਨ, ਬਚਨ ਸਿੱਧੀ ਆ ਗਈ ਸੀ। ਉਸ ਬੀਬੀ ਦੀਆਂ ਦਿਖਾਈਆਂ ਜੇ ਹੋਰ ਵੀ ਕਿਤੇ ਮੈਂ ਕਰਾਮਾਤਾਂ ਲਿਖ ਦੇਵਾਂ ਤੇ ਗ੍ਰੰਥ ਵੱਧ ਜਾਏਗਾ, ਇਸ ਕਰਕੇ ਮੈਂ ਬਹੁਤੀ ਉਸ ਬੀਬੀ ਦੀ ਕਥਾ ਇੱਥੇ ਨਹੀਂ ਲਿਖੀ। ਸੋ ਇਸੇ ਪ੍ਰਕਾਰ ਕਹਿੰਦੇ ਜਿਹੜਾ ਜਸਵਾਲ ਦਾ ਰਾਜਾ ਹੈ, ਜਸਵਾਲ ਜਿਹੜੀ ਇੱਕ ਰਿਆਸਤ ਹੈ, ਪਹਾੜੀ ਰਿਆਸਤ ਹੈ, 22 ਧਾਰ ਦੀਆਂ ਜਿਹੜੀਆਂ ਰਿਆਸਤਾਂ ਨੇ ਉਹਨਾਂ ਵਿੱਚੋਂ, ਤੇ ਉੱਥੋਂ ਦਾ ਜਿਹੜਾ ਰਾਜਾ ਰਾਜ ਕਰਦਾ ਹੈ। ਹੁਣ ਉਹਦੇ ਪਾਸ ਪੁੱਤਰ ਨਹੀਂ ਸੀ, ਘਰ ਦੇ ਵਿੱਚ ਔਲਾਦ ਨਹੀਂ ਸੀ, ਤੇ ਸੁਭਾਵਿਕ ਹੈ ਵੀ ਜੇ ਹੁਣ ਪੁੱਤਰ ਨਹੀਂ ਤੇ ਰਾਜ ਫਿਰ ਕੌਣ ਕਰੇਗਾ। ਇਸ ਕਰਕੇ ਉਹ ਸੋਚਦਾ ਵੀ ਮੇਰਾ ਰਾਜ ਭਾਗ ਨਾ ਵਿਅਰਥ ਹੀ ਜਾ ਰਿਹਾ ਹੈ। ਇਸੇ ਪ੍ਰਕਾਰ ਪੰਡੋਰੀ ਦੇ ਵਿੱਚ ਨਾ ਇੱਕ ਮਹੰਤ ਰਹਿੰਦਾ ਸੀ। ਕਿਸੇ ਨੇ ਦੱਸ ਪਾਈ ਵੀ ਉਹਦੇ ਕੋਲ ਚਲੇ ਜਾਓ, ਜਿਵੇਂ ਅੱਜ ਕੱਲ੍ਹ ਹੁੰਦਾ ਵੀ ਫਲਾਣੇ ਕੋਲ ਤੁਰ ਜਾਓ, ਉਹਦੇ ਕੋਲ ਤੁਰ ਜਾਓ, ਤੇ ਲੋਕ ਲੈਣਾ ਬਣਾ ਕੇ ਤੁਰੇ ਹੁੰਦੇ ਨੇ। ਉਹ ਭਾਈ ਦੁੱਧ ਪੁੱਤ ਦੇਣਾ ਤਾਂ ਰੱਬ ਦੇ ਹੱਥ ਹੈ। ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਇਸੇ ਕਰਕੇ ਫਰਮਾਨ ਕਰਦੇ ਨੇ ਕਿ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਨਾ, ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦਵਈਆ, ਉਹ ਪ੍ਰਾਣਾਂ ਦੀ ਰੱਖਿਆ ਕਰਦਾ ਤੇ ਦੁੱਧ ਪੁੱਤਰ ਦੀ ਦਾਤ ਤੋਂ ਬਖਸ਼ਿਸ਼ ਕਰਦਾ, ਉਹਦੇ ਤੋਂ ਬਿਨਾਂ ਕੋਈ ਨਹੀਂ ਦੇ ਸਕਦਾ। ਹਾਂ ਕਿਤੇ ਕੋਈ ਸਾਧੂ, ਕੋਈ ਰੱਬ ਦਾ ਪਿਆਰਾ ਬੰਦਗੀ ਵਾਲਾ ਹੋਵੇ ਨਾ, ਜਿਹੜਾ ਪਰਮੇਸ਼ਰ ਦਾ ਹੀ ਰੂਪ ਹੋ ਗਿਆ ਹੋਵੇ, ਤੇ ਕਿਤੇ ਮੌਜ ਵਿੱਚ ਆ ਕੇ ਬਚਨ ਕਰਦੇ ਤੇ ਗੱਲ ਵੱਖਰੀ ਹੈ। ਪਰ ਆ ਜਿਹੜੇ ਬਾਬੇ ਪੂਛਾਂ ਪਾਛਾਂ ਆਦਿਕ ਦਿੰਦੇ ਨੇ ਨਾ, ਇਹ ਨਹੀਂ ਕਿਸੇ ਦਾ ਭਲਾ ਕਰ ਸਕਦੇ। ਇਸ ਕਰਕੇ ਸਾਧ ਸੰਗਤ ਜੀ, ਕਿਸੇ ਨੇ ਦੱਸ ਪਾ ਦਿੱਤੀ ਵੀ ਪੰਡੋਰੀ ਦੇ ਵਿੱਚ ਕੋਈ ਮਹੰਤ ਰਹਿੰਦਾ ਹੈ। ਇਹ ਜਸਵਾਲ ਦਾ ਜਿਹੜਾ ਰਾਜਾ ਸੀ ਉਸ ਮਹੰਤ ਦੇ ਪਾਸ ਚਲਾ ਗਿਆ ਹੈ, ਪਰ ਰਾਜੇ ਦਾ ਕਾਰਜ ਉਹਦੇ ਕੋਲੋਂ ਹੋਇਆ ਨਹੀਂ। ਉਹਦੇ ਆਪਣੇ ਪੱਲੇ ਕੁਝ ਹੋਵੇ ਤੇ ਉਹ ਰਾਜੇ ਲਈ ਕੁਝ ਕਰ ਸਕੇ। ਇੱਧਰ ਫਿਰ ਜਿਹੜਾ ਵਡਭਾਗ ਸਿੰਘ ਸੀ, ਧੀਰ ਮੱਲੀਆ, ਕਹਿ ਦਿਓ ਤੇ ਬੜਿਆਂ ਨੂੰ ਗੁੱਸਾ ਲੱਗਦਾ ਵੀ ਬਾਬਾ ਜੀ ਨੂੰ ਮਾੜਾ ਕਹਿਤਾ। ਭੂਤ ਕੱਢਦਾ ਨਾ, ਅੱਜ ਵੀ ਨਿਕਲਦੇ ਨੇ, ਆ ਧੌਲੀ ਧਾਰ ਜਾਂਦੇ ਨੇ ਲੋਕ, ਉੱਥੇ ਪੰਥ ਚੋਂ ਛੇਕ ਦਿੱਤਾ ਸੀ ਇਹਨੂੰ। ਜੇ ਕਦੇ ਇਤਿਹਾਸ ਪੜ੍ਹੋ ਨਾ ਤੇ ਛੇਕ ਦਿੱਤਾ ਸੀ। ਮਹਾਰਾਜ ਕਲਗੀਧਰ ਜੀ ਦਾ ਕੀ ਹੁਕਮ ਸੀ? ਮੀਣੇ, ਮਸੰਦ, ਰਾਮ ਰਾਈਏ, ਧੀਰ ਮੱਲੀਏ, ਨੜੀ ਮਾਰ, ਕੁੜੀ ਮਾਰ, ਸਿਰ ਗੁੰਮੀਏ, ਇਹਨਾਂ ਨੂੰ ਨਹੀਂ ਮੰਨਣਾ, ਇਹਨਾਂ ਨਾਲ ਮੇਲ ਨਹੀਂ ਰੱਖਣਾ। ਰਾਮ ਰਾਈਏ ਰਾਮ ਰਾਏ ਦੀ ਸੰਤਾਨ, ਅੱਗੋਂ ਉਹਨਾਂ ਦੀ ਕੁੱਲ ਦੇ ਵਿੱਚੋਂ ਜਾਂ ਉਹਨਾਂ ਦੇ ਚੇਲੇ। ਮੀਣੇ ਪ੍ਰਿਥੀ ਚੰਦ, ਉਹਦੀ ਕੁੱਲ ਦੇ ਵਿੱਚੋਂ। ਆ ਜਿਹੜੇ ਮਸੰਦ ਨੇ ਗੁਰੂ ਘਰ ਦਾ ਪੈਸਾ ਖਾਂਦੇ ਨੇ, ਜਿਨ੍ਹਾਂ ਨੂੰ ਸਾੜਿਆ ਸੀ, ਅੱਜ ਵੀ ਐਨ ਬੜੇ। ਅੱਜ ਤਾਂ ਗੋਲਕਾਂ ਦੇ ਵਿੱਚ ਹੀ ਵੜ ਗਏ ਨਾ, ਅੱਗੇ ਤਾਂ ਲੁਕੋ ਲੈਂਦੇ ਸੀ, ਹੁਣ ਵਿੱਚ ਹੀ ਵੜ ਗਏ ਵੀ ਸਿਉਂਕ ਦੇ ਵਾਂਗੂ ਵਿੱਚ ਹੀ ਬਹਿ ਬਹਿ ਕੇ ਖਾਈ ਜਾਂਦੇ ਨੇ। ਉਹ ਜਿਹੜੇ ਮਸੰਦ ਹੋ ਗਏ। ਇਸੇ ਪ੍ਰਕਾਰ ਫਿਰ ਧੀਰ ਮੱਲੀਏ, ਧੀਰ ਮੱਲ ਜਿਹੜਾ ਸੀ ਉਹ ਗੱਦੀ ਲਾ ਕੇ ਬਹਿ ਗਿਆ ਸੀ, ਤੇ ਧੀਰ ਮੱਲ ਦੀ ਕੁੱਲ ਦੇ ਵਿੱਚੋਂ ਸੀ ਵਡਭਾਗ ਸਿੰਘ। ਭਾਵੇਂ ਪਹਿਲਾਂ ਇਹਨੇ ਅੰਮ੍ਰਿਤਪਾਨ ਕਰ ਲਿਆ ਸੀਗਾ, ਖਾਲਸੇ ਵਿੱਚ ਸ਼ਾਮਲ ਹੋ ਗਿਆ ਸੀ। ਗੁਰਦੁਆਰਾ ਥੰਮ ਸਾਹਿਬ ਆ ਕੇ ਤੁਰਕਾਂ ਨੇ ਅੱਗ ਲਾ ਦਿੱਤੀ ਸੀ। ਇਤਿਹਾਸਕਾਰ ਤੇ ਬਚਨ ਲਿਖਦੇ ਭਾਈ ਕਾਹਨ ਸਿੰਘ ਨਾਭਾ ਨੇ ਵੀ ਮਹਾਨ ਕੁਸ਼ ਵਿੱਚ ਲਿਖਿਆ ਵੀ ਇਹਨੇ ਬਾਅਦ ਵਿੱਚ ਜਿਹਨੇ ਥੰਮ ਸਾਹਿਬ ਆ ਕੇ ਅੱਗ ਲਾ ਕੇ ਸਾੜਿਆ ਸੀ ਨਾ ਥੰਮ ਸਾਹਿਬ, ਤੇ ਇਹਨੇ ਉਹਨੂੰ ਸਜ਼ਾ ਵੀ ਦਿੱਤੀ ਸੀ। ਪਰ ਪੰਥ ਤੋਂ ਬਾਗੀ ਹੋ ਗਿਆ, ਪਹਾੜਾਂ ਤੇ ਜਾ ਚੜ੍ਹਿਆ ਤੇ ਭੂਤ ਪ੍ਰੇਤ ਆਦਿ ਕੱਢਣੇ ਸ਼ੁਰੂ ਕਰ ਦਿੱਤੇ। ਤੇ ਹੁਣ ਇਹ ਜਿਹੜੀਆਂ ਕੁਰੀਤੀਆਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਜਿਹੜੀਆਂ ਪ੍ਰਵਾਨ ਨਹੀਂ ਜੇ।
तो हुण उन्हें अपना वखरा डेरा बना लिया, वखरा राह चला लिया, तो पंथ ने प्रवान नहीं किया, छेक दिता। एक तो धीर मलीआ सी ना, महाराज का तो हुक्म पहला सी भी धीर मलीए जेड़े उन्हां नाल मेल नहीं रखना मेरे खालसे ने। धीर मल ने गद्दी ला लई, गुरु बन के रहा बड़ा लंबा समा। जदों गुरु हरकृष्ण साहब महाराज ने 9वें पातशाह नूं गुरता गद्दी दित्ती सी, ते ਜਿਹੜੀਆਂ बाबे बकाले ते 22 मंजियां लगियां सी, उन्हां मंजियां विचों धीर मल दी मंजी सब तो वड्डी सी, सब तो मूहरे सीगा ये। और इन्हें 2 वारी गुरु तेग बहादुर साहब ते गोली चलाई। एक बारी महाराज सैर करन बाहर गए उदों गोली चलाई, ते दूजी बार घर दे विच वड़ के इन्हें गोली चलाई। उन्हां दे परिवारां विचों वडभाग सिंह सी, तो उन्हें भी सिद्धि की हुई सी। ते भाई रतन सिंह कहते हुत वडभाग सिंह घर गुरियाणी। जेड़ा वडभाग सिंह सी ते ओदी अगों घर वाली जेड़ी सी उन्हें भी कुछ सिद्धि आदि प्राप्त की है। ते किसे ने 10 पा दिते भी महाराज उत्थे तुर जाओ, तो राजे ने अपनी राणी नूं भेज दिता भी जा वडभाग सिंह दी जिहड़ी घर वाली आ तूं उहदे कोल चली जा। पर गल उत्थों भी नहीं बनी। जिहड़ी गल गुरु नानक साहब के घर विचों बन जानी है ना, वो किते नहीं बननी, तो जिहड़ी गल इत्थे बननी है तो किते बन भी नहीं सकती। जिहड़ी गल इत्थे बननी है ना वो नहीं किते बन सकती। तो जिहड़ा इत्थों खाली चला गया वो कित्थों झोली भरा लेगा। जिहड़ा समुंदर के कंढे ते है ना, एक उदाहरण दे दियां भी खाली क्यों रहिंदा बंदा। मैनूं एक बचन पढ़न नूं मिलिया, मन नूं चंगा लग्या। देवी देवते जदों मनुख नूं कुछ दिंदे ने ना, वो बंदे दा हित ते अहित वो नहीं विचारते। भाव वो जदों सानू देण लगदे ने वो साडे भले ते बुरे बारे नहीं सोचते। जिवें तुहानूं मैं उदाहरण दित्ती सी ना पिछे जी भस्मासुर दैंत दी, भी शिव जी ने वर दे दिता भी लै भी जिहदे सिर ते हथ रखेगा भस्म हो जाएगा, मुड़ के अपनी जान दे लाले पै गए, क्योंकि उहदे सिर दे उत्ते रखणगा सी हथ भी मैं तैनूं फूक देना है। भगवान ने आके मदद की बाद विच ते भस्मासुर नाश किया। वो हित ते अहित बारे नहीं सोचते भी इहदा भला किहदे विच है, इहदी बुराई किस कर्म दे विच है। बस दे देंदे भी मंग लिया तथास्तु मिल जाएगा तेन। पर कहंदे जदों गुरु घर दे विच गुरु नानक साहब दे घर विच कोई आउंदा है ना, वो पहलां सोचदे ने भी जो मंग रहे है इहदे विच इहदा भला है कि नहीं है। माँ प्यो उन्हां दे कोलों बच्चा मंगदा ना तो भला ही सोचते हैं, जे कोई चीज़ देण वाली है दे देंदे ने, नहीं देण वाली नहीं देणगे। बच्चा कवे जी छुरी दे दे, माँ नूं कवे मैं हाथ फड़ा, फड़ाएगी तो नहीं ना, पता भी लग जानी उहदे। सर्प अगन कर मेला, महाराज ने आप बाणी विच कहा भी सप जिहड़ी सप है तो अग जिहड़ी है, बच्चे वास्ते तो खिडौना ही है ना, उन्हें फर्क थोड़ा करना है। अग च हथ पा दूगा, सप नूं हथ विच फड़ लेगा क्योंकि उसकी बुद्धि चंचल है। पर मां वरजदी अभी इधर नहीं जाना। गुरु साहब जिहड़े ने सिख दी झोली च सब पदार्थ पाउंदे ने, पर वो नहीं देंदे जिहड़ा सिख लई घातक होवे। ये हमेशा याद रखिओ, जो साडे लई घातक है वो नहीं सानू मिलना। मिलेगा वो जो महाराज साडे भले लई सानू बख्शणगे। बाबा फरीद साहब का एक बचन आउंदा सी, कहंदे साईं मेरा चंगा कीता नाहे तां हम भी दज्जां आहे। बड़े सोहने अर्थ ने दे भी मेरे रब ने बड़ा चंगा कीता। मैं मंगया आ भी दे दो, आ भी दे दो, आ भी दे दो, नहीं दिता। दुनिया गुझी पाहे गुझी आग्या ना, सारे संसार नूं मैं वेखिया सड़ रहे ने लोग कामनावां विच, वासनावां विच, भावनावां विच। मैं भी मंगदा रहा मैनू भी दे दिओ, पर उन्होंने आख्या नहीं फरीद जी, ये गुझी जिहड़ी गुझी अगन है ना संसार जिहदे विच सड़दा पिया है, तैनूं नहीं सड़न देना। पहला तो मैं रोस मना लिया भी नहीं दिता, फिर समझ आ गई, उच्चे चढ़ के देखिया, जदों थोड़ी जी सुरत उच्ची होई ना फिर समझ आई। उच्चा चढ़ के देखिया, कोठे ते नहीं, भावें अर्थ यही कर लेना भी उच्चा चढ़ के देखिया तो घर घर यह अग भी कोठे ते चढ़ के नज़र मारी। तो वैसे चुल्हा धारे घर च पहला बलदा सी ना, उच्चे चढ़ के जदों वेख लिया भी धुआं निकलदा, इत्थे भी चुल्हा, इत्थे भी चुल्हा बलदा पिया। जदों सुरत उपर चढ़ गई, संसार तो उपर उठी ना, तो फिर उपरों संसार नज़र आया भी आ जिहड़ी दुखां दी अग तां घर घर विच लगी हुई है,
ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹੁਣ ਸਮਝ ਆਈ ਵੀ ਸਾਈਂ ਮੇਰਾ ਚੰਗਾ ਕੀਤਾ, ਮੇਰੇ ਸਾਈਂ ਨੇ ਬੜਾ ਚੰਗਾ ਕੀਤਾ। ਜਿਵੇਂ ਲੋਕ ਆ ਵਾਸ਼ਨਾਮਾ 'ਚ ਕਾਮਨਾਮਾ ਵਿੱਚ ਸੜ ਰਹੇ ਨੇ ਤੇ ਮੈਂ ਵੀ ਇਹਦੇ ਵਿੱਚ ਹੀ ਸੜਨਾ ਸੀ। ਬੜੇ ਗੁੱਝੇ ਭੇਦ ਨੇ ਬਾਣੀ ਦੇ, ਕਿਤੇ ਥੋੜ੍ਹਾ ਜਿਹਾ ਨੇੜੇ ਹੋ ਜਾਈਏ ਤੇ ਭੰਡਾਰੇ ਹੀ ਖੁੱਲ੍ਹ ਜਾਂਦੇ ਨੇ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਗਰੀਬ ਨਵਾਜ ਬੜੀਆਂ ਬਖਸ਼ਿਸ਼ਾਂ ਕੀਤੀਆਂ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਪਰ। ਤੇ ਰਾਣੀ ਜਿਹੜੀ ਸੀ ਉਹ ਵਡਭਾਗ ਸਿੰਘ ਦੇ ਘਰ ਵਾਲੀ ਕੋਲ ਆਈ, ਉੱਥੋਂ ਨਹੀਂ ਕੁਝ ਮਿਲਿਆ। ਔਰ ਅਨੇਕ ਸਿੱਧਨ ਘਰ ਗਈ, ਬੜੇ ਸਿੱਧ ਸਨ, ਉਹਨਾਂ ਦੇ ਘਰ ਦੇ ਵਿੱਚ ਵੀ ਗਈ ਵੀ ਮੈਨੂੰ ਪੁੱਤਰ ਦੀ ਦਾਤ ਦੇ ਦਿਓ, ਪਰ ਉਹਨਾਂ ਨੂੰ ਕਿਧਰੋਂ ਔਲਾਦ ਨਹੀਂ ਮਿਲੀ, ਪੁੱਤਰ ਦੀ ਪ੍ਰਾਪਤੀ ਨਹੀਂ ਹੋ ਸਕੀ। ਉਹਨਾਂ ਦੀ ਚਿੰਤਾ ਵੀ ਕੋਈ ਮਿਟਾ ਨਹੀਂ ਸਕਿਆ। ਦਿਨ ਰਾਤ ਰਾਜੇ ਨੂੰ ਚਿੰਤਾ ਖਾਂਦੀ ਰਹਿੰਦੀ ਹੈ, ਕਿਤੇ ਪੁੱਤਰ ਹੁੰਦਾ ਮੇਰਾ ਰਾਜ ਭਾਗ ਸੰਭਾਲ ਲੈਂਦਾ, ਪੁੱਤਰ ਨਹੀਂ, ਰਾਜ ਭਾਗ ਮੇਰਾ ਵਿਅਰਥ ਹੈ। ਆ ਪਦਾਰਥ ਦੁਨੀਆ ਦੇ ਵਿਅਰਥ ਹਨ। ਇਸ ਤਰ੍ਹਾਂ ਉਹਨੂੰ ਜੱਗ ਦੇ ਵਿੱਚ ਬਹੁਤ ਵੱਡੀ ਫਿਕਰ, ਬਹੁਤ ਵੱਡੀ ਚਿੰਤਾ ਹਰ ਵਕਤ ਲੱਗੀ ਰਹਿੰਦੀ ਹੈ। ਬਿਨਾਂ ਔਲਾਦ ਤੋਂ ਘਰ ਜਿਹੜਾ ਹੈ ਨਾ ਮੇਰਾ ਵਿਅਰਥ ਜਾ ਰਿਹਾ। ਪੁੱਤਨੀ ਗੰਢ ਪਵੈ ਸੰਸਾਰ ਦਿੱਤੀ ਐਗਜ਼ਾਮਪਲ ਹੈ ਮਹਾਰਾਜ ਨੇ। ਬਚਨ ਆਉਂਦਾ ਅੱਗੇ ਜਾ ਕੇ ਸਿਫਤੀ ਗੰਢ ਪਵੈ ਦਰਬਾਰ, ਕਿ ਜਦੋਂ ਅਸੀਂ ਵਾਹਿਗੁਰੂ ਦੀ ਸਿਫਤ ਕਰਦੇ ਹਾਂ ਨਾ ਤੇ ਸਾਡੀ ਗੰਢ ਤਾਂ ਪੈਂਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ। ਜਦੋਂ ਇਹਨਾਂ ਦੇ ਦਰਬਾਰ ਵਿੱਚ ਆ ਕੇ ਆਪਾਂ ਇਹਨਾਂ ਦੀ ਉਸਤਤੀ ਕਰਦੇ ਹਾਂ ਫਿਰ ਸਾਡੀ ਗੰਢ ਪੈਂਦੀ ਹੈ ਮਹਾਰਾਜ ਦੇ ਘਰ ਦੇ ਨਾਲ। ਉਹ ਐਗਜ਼ਾਮਪਲ ਦਿੱਤੀ ਮਹਾਰਾਜ ਨੇ ਪਹਿਲਾਂ ਕਿ ਜੈਸੇ ਪੁੱਤਰ ਦੇ ਨਾਲ ਸੰਸਾਰ ਵਿੱਚ ਗੰਢ ਪੈਂਦੀ ਹੈ, ਪੁੱਤਰ ਉਹਦੇ ਨਾਲ ਬੰਸ ਵੱਧਦੀ ਹੈ। ਹਾਂ ਨੂੰਹ ਵੀ ਜ਼ਰੂਰ ਚਾਹੀਦੀ ਹੈ, ਕੱਲਾ ਪੁੱਤਰ ਨਹੀਂ ਬੰਸ ਵਧਾ ਸਕਦਾ। ਮਹਾਰਾਜ ਕਹਿੰਦੇ ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵਿਆਹ ਹੋ। ਭੰਡ ਇਸਤਰੀ ਨੂੰ ਕਹਿੰਦੇ ਨੇ। ਪੁੱਤਰ ਹੈ ਤੇ ਨੂੰਹ ਵਿਆਹ ਕੇ ਲਿਆਵੇਗਾ ਘਰ ਦੇ ਵਿੱਚ, ਬੇਟੀ ਆਵੇ ਕਿਸੇ ਦਾ ਘਰ ਵਸੇਗਾ ਤਾਂ ਹੀ ਅੱਗੋਂ ਸੰਤਾਨ ਜਿਹੜੀ ਹੈ ਉਹ ਸੰਸਾਰ ਦੇ ਵਿੱਚ ਬੰਸ ਵਧਾਵੇਗੀ। ਹੁਣ ਪੁੱਤਰਾਂ ਨੂੰ ਅਸੀਂ ਅਗਾਂਹ ਵਧਾ ਲਿਆ ਤੇ ਧੀਆਂ ਪਿੱਛੇ ਛੱਡ ਦਿੱਤੀਆਂ। ਖੈਰ ਇਹ ਵਿਸ਼ਾ ਬੜਾ ਅਲੱਗ ਹੈ। ਸੋ ਕਹਿਣ ਤੋਂ ਭਾਵ ਹੈ ਕਿ ਬਿਨਾਂ ਔਲਾਦ ਤੋਂ ਸੰਸਾਰ ਦੇ ਵਿੱਚ ਘਰ ਜਿਹੜਾ ਉਹ ਵਿਅਰਥ ਚਲਾ ਜਾਂਦਾ ਹੈ। ਉਥੇ ਕਿਸੇ ਨੇ ਆ ਕੇ ਨਾ ਇਹ ਬਚਨ ਕਹਿ ਦਿੱਤਾ ਕਿ ਇੱਥੇ ਨਾ ਬੰਦਾ ਸਿੰਘ ਬਹਾਦਰ ਹੈ ਤੇ ਉਹਦੀ ਔਰਤ ਉਹਦੀ ਇਸਤਰੀ ਹੈ। ਉਹ ਬੀਬੀ ਮੁਖ ਤੋਂ ਜੋ ਬਚਨ ਕਹਿੰਦੀ ਹੈ ਨਾ ਉਹਦਾ ਬਚਨ ਜਿਹੜਾ ਉਹ ਵਿਅਰਥ ਨਹੀਂ ਜਾਂਦਾ। ਇਹ ਬਚਨ ਸੁਣ ਕੇ ਜਸਵਾਲ ਦਾ ਜਿਹੜਾ ਰਾਜਾ ਸੀ ਉਹਦੇ ਚਿੱਤ ਵਿੱਚ ਇਸ ਤਰ੍ਹਾਂ ਵਿਚਾਰ ਆਈ ਹੈ, ਜਿਵੇਂ ਕੋਈ ਪਿਆਸਾ ਹੁੰਦਾ ਨਾ ਉਹਨੂੰ ਦੂਰੋਂ ਪਾਣੀ ਦਿਸ ਪੈਂਦਾ ਤੇ ਉਹਦੇ ਵਿੱਚ ਜਾਨ ਪੈ ਜਾਂਦੀ ਹੈ। ਇਨ ਬਿਨ ਇਸੇ ਪ੍ਰਕਾਰ ਰਾਜੇ ਜਸਵਾਲ ਨੂੰ ਵੀ ਨਜ਼ਰ ਆ ਗਿਆ ਕਿ ਮੇਰੇ ਘਰ ਦੇ ਵਿੱਚ ਸੰਤਾਨ ਹੋ ਜਾਵੇਗੀ, ਪਰ ਉਹਨਾਂ ਦੇ ਚਿੱਤ ਦੇ ਵਿੱਚ ਬੜੀਆਂ ਸੋਚਾਂ ਸਨ, ਵਿਚਾਰਾਂ ਸਨ ਕਿ ਕੋਈ ਆ ਕੇ ਸਾਨੂੰ ਮਿਲਾ ਦੇ। ਸਾਨੂੰ ਨਹੀਂ ਪਤਾ ਵੀ ਉਹ ਕਿੱਥੇ ਰਹਿੰਦੀ ਹੈ, ਕੌਣ ਹੈ ਤੇ ਕੌਣ ਉਹਨੂੰ ਜਾਣਦਾ ਹੈ। ਕੋਈ ਇਹੋ ਜਿਹਾ ਆਵੇ ਜਿਹੜਾ ਆ ਕੇ ਸਾਨੂੰ ਉਹਦੇ ਨਾਲ ਮਿਲਾ ਦੇਵੇ। ਇਸ ਪ੍ਰਕਾਰ ਰਾਜੇ ਜਸਵਾਲ ਨੇ ਬੜੇ ਲੋਕਾਂ ਨੂੰ ਇਸ ਕੰਮ ਤੇ ਲਾ ਦਿੱਤਾ। ਅਖੀਰ ਢੂੰਡਦਿਆਂ ਭਾਲਦਿਆਂ ਹੋਇਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਘਰ ਵਾਲੀ ਹੈ ਉਹਨਾਂ ਨੂੰ ਪ੍ਰਾਪਤ ਹੋ ਗਈ, ਭਾਵ ਲੱਭ ਗਈ ਹੈ। ਰਾਜਾ ਰਾਣੀ ਨੂੰ ਨਾਲ ਲੈ ਕੇ ਦਰਬਾਰ ਵਿੱਚ ਪਹੁੰਚਿਆ ਤੇ ਉਸ ਬੀਬੀ ਦੇ ਅੱਗੇ ਭਟਾਵਾਂ ਰੱਖ ਦਿੱਤੀਆਂ, ਪਦਾਰਥ ਸੋਨਾ ਚਾਂਦੀ ਮੋਤੀ ਸਭ ਕੁਝ ਰੱਖ ਦਿੱਤੇ ਹਨ ਤੇ ਦੋਨੇ ਹੱਥ ਜੋੜ ਕੇ ਖਲੋ ਗਏ। ਇੱਕ ਬਚਨ ਯਾਦ ਰੱਖਿਓ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਘਰ ਦੇ ਸੇਵਕਾਂ ਵਿੱਚ ਵੀ ਕਰਾਮਾਤਾਂ ਹੁੰਦੀਆਂ ਨੇ, ਬੜੇ ਬਲੀ ਹੁੰਦੇ ਨੇ ਉਹਨਾਂ ਦੇ ਘਰ ਦੇ ਸੇਵਕ। ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੇ ਵਰ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦਾ। ਕਿੱਡੇ ਕਿ ਬਲੀ ਹੋਣਗੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿੱਖ, ਜਿਨ੍ਹਾਂ ਦੇ ਬਚਨਾਂ ਦੇ ਨਾਲ ਦਲ ਭੰਜਨ ਗੁਰ ਸੂਰਮਾ
ਵਡ ਜੋਧਾ ਬਹੁ ਪਰਉਪਕਾਰੀ, ਇੰਨੇ ਗੁਣ ਕਿਸੇ ਵਿੱਚ ਨਹੀਂ ਹੁੰਦੇ ਜਿਹਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਿੱਚ ਨੇ। ਤੇ ਵਰ ਦੇਣ ਵਾਲੇ ਬਾਬਾ ਬੁੱਢਾ ਸਾਹਿਬ ਤੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿੱਖ। ਤੇ ਜਦੋਂ ਮਾਤਾ ਗੰਗਾ ਜੀ ਪਹਿਲੇ ਦਿਨ ਵਰ ਲੈਣ ਵਾਸਤੇ ਆਏ ਤੇ ਵਰ ਮੰਗਿਆ, ਉਸ ਦਿਨ ਰੱਥ ਤੇ ਚੜ੍ਹ ਕੇ ਆਏ ਸੀ, ਉਹ ਰੱਥ ਅੱਜ ਵੀ ਮੌਜੂਦ ਹੈ। ਰੱਥ ਤੇ ਚੜ੍ਹ ਕੇ ਆਏ, ਦਾਸੀ ਨੇ ਬੇਨਤੀ ਕੀਤੀ ਵੀ ਮਾਤਾ ਜੀ ਆਏ ਨੇ ਪੁੱਤਰ ਲੈਣ। ਕਹਿੰਦੇ ਮੈਂ ਤਾਂ ਘਾਈ ਹਾਂ, ਨਿਮਾਣਾ ਜਿਹਾ ਸਿੱਖ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਮੇਰੇ ਕੋਲੋਂ ਵਰ ਲੈਣ ਵਾਸਤੇ ਤੁਸੀਂ ਆ ਗਏ, ਮੈਂ ਕਿੱਥੋਂ ਪੁੱਤ ਦੇ ਦਿਆਂ। ਪੁੱਤ ਦੇਣ ਵਾਲੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਕੋਲ ਜਾਓ। ਫਿਰ ਸਮਝ ਆ ਗਈ। ਅਗਲੇ ਦਿਨ ਪ੍ਰਸ਼ਾਦਾ ਬਣਾਇਆ, ਲੱਸੀ ਰਿੜਕੀ, ਮਿੱਸੇ ਪ੍ਰਸ਼ਾਦੇ, ਪਿਆਜ਼। ਖੇਤਾਂ 'ਚ ਕੰਮ ਕਰਦੇ ਸਨ ਤੇ ਮਾਤਾ ਗੰਗਾ ਜੀ ਆਪ ਚੱਲ ਕੇ ਆਏ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇੱਕ ਦਾਸੀ ਨਾਲ ਆ ਗਈ ਵੀ ਨਹੀਂ ਮੈਂ ਨਾਲ ਜਾਣਾ ਤੁਹਾਡੇ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਿੱਖ ਨੂੰ ਆਖਿਆ ਵੀ ਕੋਈ ਆਉਂਦਾ ਹੈ? ਕਹਿੰਦੇ ਮਾਤਾ ਜੀ ਆ ਰਹੇ ਨੇ, ਗੁਰੂ ਕੇ ਮਹਿਲ ਆ ਰਹੇ ਨੇ। ਉੱਠ ਖਲੋਤੇ ਗਏ, ਆਖਦੇ ਨੇ ਮਾਂ ਪੁੱਤਰ ਨੂੰ ਭੁੱਖ ਬੜੀ ਲੱਗੀ ਸੀ ਅੱਜ, ਤੇ ਅੱਜ ਮੇਰੀ ਮਾਂ ਮੇਰੇ ਲਈ ਪ੍ਰਸ਼ਾਦਾ ਲੈ ਕੇ ਆ ਗਈ ਹੈ। ਪਹਿਲਾਂ ਹੀ ਵਚਨ ਕਹਿ ਦਿੱਤੇ। ਮਾਤਾ ਜੀ ਨੇ ਪ੍ਰਸ਼ਾਦਾ ਛਕਾਇਆ, ਪਿਆਜ਼ ਜਿਹੜਾ ਸੀ ਨਾ ਰੱਖ ਕੇ ਤਲੀ ਦੇ ਉੱਤੇ ਤੇ ਜ਼ੋਰ ਨਾਲ ਮੁੱਕੀ ਮਾਰੀ ਤੇ ਬਚਨ ਕੀਤਾ, ਮਾਈ ਤੁਮਰੇ ਗ੍ਰਹਿ ਪ੍ਰਗਟੇ ਕਾ ਯੋਧਾ। ਇਹ ਬਚਨ ਕੀਤਾ ਵੀ ਯੋਧਾ ਤੁਹਾਡੇ ਘਰ ਵਿੱਚ ਪ੍ਰਗਟ ਹੋਵੇਗਾ। ਭਾਈ ਸੰਤੋਖ ਸਿੰਘ ਲਿਖਦੇ ਜਦੋਂ ਮੁੱਕਾ ਮਾਰਿਆ ਨਾ ਪਿਆਜ਼ ਤੇ, ਆਕਾਸ਼ ਦੇ ਵਿੱਚ ਬਿਜਲੀ ਗਰਜੀ ਤੇ ਪਿਆਜ਼ ਦੇ ਵਿੱਚ ਇੱਕ ਡੋਡੀ ਜਿਹੀ ਹੁੰਦੀ ਨਿਕਲ ਕੇ ਉਹ ਦੂਰ ਪਈ ਤੇ ਕਿਹਾ ਮਾਤਾ ਇਹੋ ਜਿਹਾ ਯੋਧਾ ਪ੍ਰਗਟ ਹੋਵੇਗਾ, ਦੁਸ਼ਟਾਂ ਦੇ ਸਿਰ ਭੰਨੇਗਾ ਜਿਵੇਂ ਅਸਾਂ ਪਿਆਜ਼ ਭੰਨ ਦਿੱਤਾ ਹੈ। ਯਾਦ ਰੱਖਿਓ ਗੁਰੂ ਨਾਨਕ ਸਾਹਿਬ ਦੇ ਘਰ ਦੀ ਕਲਾ ਕਿਤਨੀ ਕੁ ਵੱਡੀ ਹੋਵੇਗੀ ਜਿੱਥੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿੱਖ ਇੰਨੀ ਸਮਰੱਥਾ ਰੱਖਦੇ ਨੇ। ਅੱਜ ਇਸ ਸੰਤਨੀ ਦੀ ਗੱਲ ਹੋ ਰਹੀ ਹੈ ਨਾ, ਭਾਈ ਸਾਹਿਬ ਨੇ ਸੰਤਨੀ ਸ਼ਬਦ ਵਰਤਿਆ। ਵੇਖੋ ਤਿਆਗ ਕਿੱਡਾ ਵੱਡਾ ਜੀ ਉਹਨਾਂ ਦਾ। ਇਹ ਨਹੀਂ ਕਿ ਕੱਲੀ ਬਚਨ ਸਿੱਧੀ ਸੀ ਉਹਨਾਂ ਕੋਲ। ਕਹਿੰਦੇ ਤਾਓ ਸੰਤਨੀ ਐਸੋ ਚਾਰਾ, ਜਦੋਂ ਆ ਕੇ ਮੂਹਰੇ ਖਲੋ ਗਏ, ਭਟਾਵਾਂ ਰੱਖ ਦਿੱਤੀਆਂ ਤੇ ਉਹ ਸੰਤਣੀ ਉਹ ਬੀਬੀ ਇਸ ਤਰ੍ਹਾਂ ਕਹਿਣ ਲੱਗੀ ਹੈ, ਤੁਸੀਂ ਤਾਂ ਰਾਜੇ ਹੋ ਮਹਾਰਾਜ, ਸਾਡੇ ਲਾਇਕ ਇਹੋ ਜਿਹਾ ਕਿਹੜਾ ਕੰਮ ਹੈ ਜੋ ਅਸੀਂ ਤੁਹਾਡੇ ਲਈ ਕਰ ਸਕੀਏ। ਅਸੀਂ ਤਾਂ ਗਰੀਬ ਜੇ ਨਿਮਾਣੇ ਜੇ ਲੋਕ ਹਾਂ, ਤੁਸੀਂ ਰਾਜੇ ਮਹਾਰਾਜੇ ਸਾਡੇ ਘਰ ਆਉਂਦੇ ਸ਼ੋਭਦੇ ਨਹੀਂ। ਜੇ ਕੁਝ ਲੈਣਾ ਹੈ ਨਾ ਤੇ ਤੁਸੀਂ ਵੱਡੇ ਵੱਡੇ ਮਹੰਤਾਂ ਕੋਲ, ਜਿਹੜੇ ਗੁਰੂ ਪੀਰ ਨੇ ਨਾ, ਉਹਨਾਂ ਦੇ ਕੋਲ ਜਾਓ, ਤੁਹਾਡਾ ਕਾਰਜ ਤਾਂ ਉਹ ਕਰ ਸਕਦੇ ਹਨ। ਅਸੀਂ ਤਾਂ ਗਰੀਬ ਜੇ ਲੋਕ ਹਾਂ, ਸਾਡੇ ਕੋਲੋਂ ਤੁਸੀਂ ਕੀ ਚਾਹੁੰਦੇ ਹੋ? ਇਹੋ ਜਿਹਾ ਕਿਹੜਾ ਸਾਡੇ ਗਰੀਬਾਂ ਕੋਲ ਹੈ ਜੋ ਅਸੀਂ ਤੁਹਾਡੇ ਵਰਗੇ ਰਾਜਿਆਂ ਨੂੰ ਦੇ ਸਕੀਏ। ਇਸ ਕਰਕੇ ਬੇਨਤੀ ਹੈ ਕਿ ਤੁਸੀਂ ਨਾ ਉਹਨਾਂ ਵੱਡੇ ਮਹੰਤਾਂ ਦੀ ਜਾ ਕੇ ਸੇਵਾ ਕਰੋ। ਆ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਨਾ, ਉਹਨਾਂ ਦੇ ਅੱਗੇ ਜਾ ਕੇ ਭੇਟਾ ਕਰ ਦਿਓ, ਸਾਨੂੰ ਨਹੀਂ ਚਾਹੀਦੇ। ਇਹ ਹੁੰਦਾ ਤਿਆਗ। ਇਹ ਦਰਬੇ ਧਨ ਤਾਂ ਉਹਨਾਂ ਨੂੰ ਪਿਆਰਾ ਲੱਗਦਾ ਜਿਹੜੇ ਵੱਡੇ ਮਹੰਤ ਨੇ। ਅਸੀਂ ਤਾਂ ਗਰੀਬ ਹਾਂ, ਕਿਰਤ ਕਰਕੇ ਪ੍ਰਸ਼ਾਦਾ ਛਕ ਕੇ ਗੁਜ਼ਾਰਾ ਕਰ ਲੈਂਦੇ ਹਾਂ। ਸਾਨੂੰ ਇਹ ਜਿਹੜੀ ਮਾਇਆ, ਇਹ ਪਦਾਰਥ ਨਹੀਂ ਚਾਹੀਦੇ। ਰੁੱਖੀ ਮਿੱਸੀ ਖਾ ਕੇ ਨਾ ਤੇ ਅਸੀਂ ਸੁਖਾਲੇ ਸੌਂ ਜਾਂਦੇ ਹਾਂ, ਆਨੰਦ ਵਿੱਚ ਸੌਂ ਜਾਂਦੇ ਹਾਂ। ਇਹ ਸਾਨੂੰ ਮਾਇਆ ਨਹੀਂ ਚਾਹੀਦੀ। ਸਾਡਾ ਜੀਵਨ ਬੜੇ ਆਨੰਦ ਦੇ ਨਾਲ ਬਸਰ ਹੋ ਰਿਹਾ ਹੈ। ਇਹ ਬਚਨ ਜਦੋਂ ਰਾਣੀ ਨੇ ਸੁਣੇ ਨਾ, ਉਹਨੇ ਦੋਨੇ ਹੱਥਾਂ ਦੇ ਨਾਲ ਚਰਨ ਫੜ ਲਏ ਬੀਬੀ ਦੇ ਤੇ ਪ੍ਰੇਮ ਦੇ ਨਾਲ ਅਰਦਾਸ ਬੇਨਤੀ ਕਰਨ ਲੱਗੀ ਹੈ। ਬੀਬੀ ਭਾਵਨਾ ਸਮਝ ਗਈ, ਹੋਰ ਕੁਝ ਬੋਲਣ ਦੀ ਲੋੜ ਨਹੀਂ ਪਈ। ਜਦੋਂ ਚਰਨਾਂ ਤੇ ਲਿਪਟ ਗਈ ਨਾ, ਨਮਸਕਾਰ ਕਰ ਦਿੱਤੀ ਤੇ ਹੱਸ ਕੇ ਕਹਿਣ ਲੱਗੀ, ਮਾਲਕ ਆਸ ਪੁਜਾਏ, ਵਾਹਿਗੁਰੂ ਤੇਰੀ ਆਸ ਪੂਰਨ ਕਰੇ। ਬਸ ਆਹੀ ਬਚਨ ਹੋ ਗਿਆ ਜੀ, ਤੇ ਕੁੱਲਾਂ ਤਾਰ ਦਿੱਤੀਆਂ। ਇਹ ਹੁੰਦੇ ਨੇ ਸਾਧੂ, ਰੱਬ ਦੇ ਪਿਆਰੇ, ਬੰਦਗੀ ਕਰਨ ਵਾਲੇ। ਤੇ ਮਾਇਆ ਨਹੀਂ ਪਿਆਰੀ ਉਹਨਾਂ ਨੂੰ। ਅੱਜ ਕੱਲ੍ਹ ਕਹਿੰਦੇ ਵੀ ਅਸੀਂ ਆਹ ਕਰ ਦਿਆਂਗੇ, ਆਹ ਕਰ ਦਿਆਂਗੇ, ਮਾਇਆ ਅਸੀਂ ਬਾਅਦ ਲਵਾਂਗੇ।
ਏਜੰਟਾਂ वाला काम शुरू कर दिता ना, पहला वीज़ा लवा देने, पैसे बाद च लै लांगे, वो काम शुरू हो गया। बाबियां दा भी काम करा लो तो माया भावें बाद च दे दिओ, परखे वेख लो एक बारी। एजेंट बन गए रब दे नाल जिन्हां ने सीधियां डोरां पा लईआं उन्होंने सब कुछ मिल गया। जिवें औरंगजेब के कोल एक फकीर मंगण वास्ते आया, औरंगजेब आप अरदास करे पे अगे खलो के, वापस मुड़ पिया। औरंगे ने वेख्या भी वापस चलिया, आवाज़ मारी फकीर साईं कित्थे चलिया? वो कहंदे भी मैं तेरे कोलों मंगण आया सी। ते कहंदे फिर कुछ मंग? कहंदे नहीं, जिहदे कोलों तू मंगदा है आपां भी उहदे कोलों मंगांगे। मैं विचोला विच क्यों पावां, मैं तेरे कोलों क्यों मंगा? उहदे कोलों मंगांगा जिहदे कोलों तू मंग रहे हैं, तो तू आप भिखारी है, तू मैनूं की देवेंगा? रब दे प्यारे बंदगी वाले जिहड़े रब दे घर दे विचों ही सब कुछ मंगदे हन। इस तरह बीबी ने दोहां जाणियां दे, राजा ते राणी उन्हां दे सिर दे उपर हथ रखिया है। बड़े आदर सत्कार दे नाल दोनों जाणियां नूं उठा के बिठाया है। उन्होंने हुक्म दिता भी परमात्मा कृपा करेगा, इस साल तुहाडे घर दे विच पुत्र जन्म लैणगे। बचन की होया जी? जे बंदा सत है, बंदे बहादुर का नाम लैके आख्या भी जे बंदा सिंह बहादुर सत है ना, तो तुसी बच्चे जरूर खड़ाओगे, तुहाडे घर दे विच बच्चे जरूर जन्म लैणगे। इस प्रकार जिहड़ी राणी सी खुशियां दे नाल अपने घर चली गई, जो कुछ चाहिदा सी वो प्राप्त हो गया है। इस प्रकार मन विच पुत्र दी लालसा सी ते परमात्मा ने वाहिगुरू ने किरपा कीती, उन्हां दी लालसा पूर्ण कर दिती। कहंदे ने बचन होया सी ते इक्को रात 2 पुत्रां ने जन्म उन्हां दे घर दे विच लिया है। एक दा नाम उन्होंने रखिया अबराज सिंह ते दूजे दा नाम जगरूप सिंह रखिया। 2 पुत्र राजे जसवाल दे घर दे विच पैदा होए ते इन्हां ने ये नाम रखे हन। भाई रतन सिंह जी कहते भी जे मैं होर प्रसंग इत्थे लिख दियां ना तो ये प्रसंग जिहड़ा वध जाएगा, इस करके मैं बहुती कथा नहीं लिखी, केवल एको ही उदाहरण दे दी है। तो जिहदे नाल तुहानूं ये समझ पै गई होवेगी, ज्ञात हो गई होवेगी कि बंदा सिंह बहादुर दी जिहड़ी उन्हां दी घरवाली बीबी सी वो भी करामाती सी। इस तरह कुल्लू दे इलाके विच बंदा सिंह बहादुर जाणगे, उन्हां दी उत्थे गिरफ्तारी भी होवेगी। आपां कल दे दीवान दे विच कथा सरवण करांगे। समय दे लिहाज नाल समाप्ति है। गुर इतिहास दी विचार करदिआं बेअंत प्रकार दीआं भुल्लां गलतियां हो गईयां होणगीआं, जाण सेवक जाण के खिमा करनी। हे गोबिंद हे गोपाल हे दयाल, प्राणनाथ अनाथ सखे दीन दर्द, हे समरथ अगम पूर्ण मोहे मया ता, अंधकूप महाभयान नानक पार्यो, आए प्रभ शरणागति कृपा निध दयाल, एक अखर हर मन बस्त नानक होत, वाहिगुरु नाम जहाज है चढ़े सो, जो शरदा कर सेवन दे गुर पार उतारण, वाहिगुरु नाम जहाज है चढ़े सो उतरे, जो शरदा कर सेवन दे गुर पार उतारण हार। वाहिगुरु जी का खालसा वाहिगुरु जी की